ਸਟਾਰਟ। ਕਦੀ ਸਮਾਂ ਸੀ ਕਿ ਜਦੋਂ ਰਸੋਈ ਗੈਸ ਦੀ ਸਪਲਾਈ ਸ਼ੁਰੂ ਹੋਈ ਸੀ। ਗੈਸ ਸਿਲੰਡਰ ਨਾਮਾਤਰ ਕੀਮਤ ਵਿੱਚ ਮਿਲ ਜਾਂਦਾ ਸੀ ਅਤੇ ਇਸ 'ਤੇ ਜ਼ਿਆਦਾਤਰ ਰਕਮ ਦੀ ਸਬਸਿਡੀ ਹੁੰਦੀ ਸੀ ਅਤੇ ਹੁਣ ਰਸੋਈ ਗੈਸ ਸਿਲੰਡਰ ਦੀ ਕੀਮਤ ਵੱਧਦੀ ਇੰਨੀ ਜ਼ਿਆਦਾ ਹੋ ਗਈ ਹੈ ਕਿ ਸਬਸਿਡੀ ਨਾਮਾਤਰ ਹੀ ਰਹਿ ਗਈ ਹੈ। ਡੈਂਡੀ ਉੱਪਰੋਂ ਡੀਜ਼ਲ ਪੈਟਰੋਲ ਦੀਆਂ ਨਿੱਤ ਦਿਨ ਵੱਧਦੀਆਂ ਕੀਮਤਾਂ ਨੇ ਆਮ ਆਦਮੀ ਦਾ ਕਚੂਮਰ ਕੱਢ ਦਿੱਤਾ ਹੈ, ਕਿਉਂਕਿ ਤੇਲ ਦੀਆਂ ਕੀਮਤਾਂ ਵਧਣ ਨਾਲ ਇਸ ਦਾ ਸਿੱਧਾ ਅਸਰ ਆਵਾਜਾਈ 'ਤੇ ਪੈਂਦਾ ਹੈ। ਡੈਂਡੀ ਸਾਡੇ ਹਰੇਕ ਖਾਦ ਪਦਾਰਥ ਆਦਿ ਦੀ ਢੋਆ ਢੁਆਈ ਕਾਰਨ ਉਹਨਾਂ ਦੀਆਂ ਕੀਮਤਾਂ ਵੱਧ ਜਾਣਾ ਕੁਦਰਤੀ ਹੈ ਅਤੇ ਮਹਿੰਗਾਈ ਹੁਣ ਧੜੱਲੇ ਨਾਲ ਵੱਧਦੀ ਜਾ ਰਹੀ ਹੈ ਅਤੇ ਇਸ ਮਹਿੰਗਾਈ ਦੇ ਦੌਰ ਵਿੱਚ ਆਮ ਆਦਮੀ ਨੂੰ ਪਰਿਵਾਰ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋ ਗਿਆ ਹੈ। ਡੈਂਡੀ ਪਿਛਲੇ ਸਮੇਂ ਵਿੱਚ ਕਾਫੀ ਸਮੇਂ ਬਾਅਦ ਰਸੋਈ ਗੈਸ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਜਾਂਦਾ ਸੀ, ਜਦੋਂ ਕਿ ਹੁਣ ਇਹਨਾਂ ਦੀਆਂ ਕੀਮਤਾਂ ਵਿੱਚ ਨਿਰੰਤਰ ਵਾਧਾ ਹੋ ਰਿਹਾ ਹੈ। ਡੈਂਡੀ ਜਿੱਥੇ ਵਿਰੋਧੀ ਪਾਰਟੀਆਂ ਨੂੰ ਇਸ ਬਾਰੇ ਗੰਭੀਰ ਹੋਣਾ ਚਾਹੀਦਾ ਹੈ, ਉੱਥੇ ਹੀ ਸਰਕਾਰ ਨੂੰ ਬੇਲਗਾਮ ਹੁੰਦੀ ਜਾ ਰਹੀ ਮਹਿੰਗਾਈ 'ਤੇ ਜ਼ਰੂਰ ਸ਼ਿਕੰਜਾ ਕੱਸਣਾ ਚਾਹੀਦਾ ਹੈ। ਡੈਂਡੀ ਗੱਲ ਰੱਖਣ ਦੀ ਆਜ਼ਾਦੀ ਕੀ ਅਸੀਂ ਸੱਚਮੁੱਚ ਇੱਕ ਲੋਕਤੰਤਰੀ ਦੇਸ਼ ਵਿੱਚ ਰਹਿ ਰਹੇ ਹਾਂ, ਜਿੱਥੇ ਸਾਨੂੰ ਆਪਣੀ ਗੱਲ ਰੱਖਣ ਦੀ ਆਜ਼ਾਦੀ ਹੈ, ਜਿੱਥੇ ਸਾਨੂੰ ਸਾਡੇ ਅਧਿਕਾਰਾਂ ਲਈ ਲੜਨ ਦੀ ਆਜ਼ਾਦੀ ਹੈ। ਡੈਂਡੀ ਦਿਸ਼ਾ ਰਵੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਜੇ ਉਸ ਦਾ ਸੱਚਮੁੱਚ ਖਾਲਿਸਤਾਨੀ ਨਾਲ ਸਬੰਧ ਹੈ ਤਾਂ ਸਬੂਤ ਦਿਖਾਏ ਜਾਣੇ ਚਾਹੀਦੇ ਹਨ। ਡੈਂਡੀ 21 ਸਾਲ ਦੀ ਕੁੜੀ ਜੋ ਬਿਨਾਂ ਕਿਸੇ ਲਾਲਚ ਦੇ ਦੇਸ਼ ਦੇ ਵਾਤਾਵਰਨ ਨੂੰ ਬਚਾਉਣ ਲਈ ਲੱਗੀ ਹੋਈ ਹੈ, ਉਹ ਦੇਸ਼ ਵਿਰੋਧੀ ਕਿਵੇਂ ਹੋ ਸਕਦੀ ਹੈ। ਡੈਂਡੀ ਨੌਦੀਪ ਕੌਰ ਵੀ ਆਪਣੇ ਹੱਕਾਂ ਲਈ ਲੜ ਰਹੀ ਸੀ ਅਤੇ ਇਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਸੀ। ਡੈਂਡੀ ਕੀ ਸਰਕਾਰ ਸੱਚਮੁੱਚ ਸੱਚਾਈ ਨਹੀਂ ਵੇਖ ਰਹੀ? ਪ੍ਰਸ਼ਨ ਚਿੰਨ੍ਹ। ਜਦੋਂ ਅਨੁਰਾਗ ਠਾਕੁਰ ਅਤੇ ਪ੍ਰਵੇਸ਼ ਵਰਮਾ ਵਰਗੇ ਮੰਤਰੀ ਲੋਕਾਂ ਵਿੱਚ ਭੜਕਾਊ ਭਾਸ਼ਣ ਦਿੰਦੇ ਹਨ ਅਤੇ ਲੋਕਾਂ ਨੂੰ ਭੜਕਾਉਂਦੇ ਹਨ, ਉਦੋਂ ਇਹ ਕਾਨੂੰਨ ਕਿੱਥੇ ਜਾਂਦੇ ਹਨ? ਡੈਂਡੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦਾ ਕੋਈ ਹੱਲ ਕੱਢ ਕੇ ਉਹਨਾਂ ਨਾਲ ਗੱਲ ਕਰੇ, ਜਿਸ ਕਾਰਨ ਇਹ ਸਭ ਹੋ ਰਿਹਾ ਹੈ। ਡੈਂਡੀ ਜੇਕਰ ਸਰਕਾਰ ਕਿਸਾਨਾਂ ਦੀ ਗੱਲ ਸੁਣਦੀ ਹੈ ਅਤੇ ਉਹਨਾਂ ਦੇ ਮਸਲਿਆਂ ਦਾ ਹੱਲ ਲੱਭ ਲੈਂਦੀ ਹੈ ਤਾਂ ਇਹ ਸਾਰੇ ਮੁੱਦੇ ਪੈਦਾ ਨਹੀਂ ਹੋਣਗੇ। ਡੈਂਡੀ ਸਰਕਾਰ ਨੂੰ ਆਪਣਾ ਹੰਕਾਰ ਤੋੜਨਾ ਚਾਹੀਦਾ ਹੈ ਅਤੇ ਦੇਸ਼ ਦੇ ਹਿੱਤ ਦੀ ਗੱਲ ਕਰਨੀ ਚਾਹੀਦੀ ਹੈ। ਡੈਂਡੀ ਕਰੋਨਾ ਦੇ ਕਾਰਨ ਦੇਸ਼ ਵਿੱਚ ਬੇਰੁਜ਼ਗਾਰੀ ਬਹੁਤ ਵੱਧ ਗਈ ਹੈ। ਗਰੀਬ ਇਨਸਾਨ ਭੁੱਖਾ ਮਰ ਰਿਹਾ ਹੈ। ਡੈਂਡੀ ਸਰਕਾਰ ਇਸ ਵੱਲ ਧਿਆਨ ਦੇਵੇ ਅਤੇ ਦੇਸ਼ ਦੇ ਵਿਕਾਸ ਲਈ ਕੰਮ ਕਰੇ। ਡੈਂਡੀ ਸਟਾਰਟ। ਠੱਗਾਂ ਦੀ ਦੌੜ। ਅੱਜ ਕੱਲ੍ਹ ਬੇਰੁਜ਼ਗਾਰੀ ਦਾ ਗ੍ਰਾਫ ਸਿਖਰਾਂ ਨੂੰ ਛੂਹ ਰਿਹਾ ਹੈ। ਡੈਂਡੀ ਪਰ ਇਸ ਬੇਰੁਜ਼ਗਾਰੀ ਦਾ ਫਾਇਦਾ ਹਰ ਪਹਿਲੂ 'ਤੇ ਠੱਗ ਲੈ ਰਹੇ ਹਨ। ਡੈਂਡੀ ਭਾਵੇਂ ਬਾਹਰ ਭੇਜਣ ਵਾਲੇ
ਹੋਣ ਜਾਂ ਇੱਥੋਂ ਦੇ ਮਹਿਕਮਿਆਂ ਵਿੱਚ ਨੌਕਰੀਆਂ ਦਾ ਝਾਂਸਾ ਦੇ ਕੇ ਠੱਗਦੇ ਹੋਣ। ਡੈਂਡੀ ਠੱਗਾਂ ਦੇ ਸੈਂਸਰ ਬਹੁਤ ਤੇਜ਼ ਹੁੰਦੇ ਹਨ। ਡੈਂਡੀ ਇਹ ਕਿਸੇ ਨਾ ਕਿਸੇ ਮਹਿਕਮੇ ਵਿੱਚ ਕੋਈ ਚੋਰ ਮੋਰੀ ਲੱਭ ਹੀ ਲੈਂਦੇ ਹਨ। ਡੈਂਡੀ ਠੱਗ ਟੈਸਟ ਤੋਂ ਪਹਿਲਾਂ ਹੀ ਲੋਕਾਂ ਨਾਲ ਤਾਲਮੇਲ ਕਿਵੇਂ ਬਣਾ ਲੈਂਦੇ ਹਨ। ਡੈਂਡੀ ਉਮੀਦਵਾਰਾਂ ਨੂੰ ਸੁਪਨਿਆਂ ਵਿੱਚ ਹੀ ਕੁਰਸੀ 'ਤੇ ਬਿਠਾ ਦਿੰਦੇ ਹਨ। ਡੈਂਡੀ ਫਿਰ ਲਾਈ ਲੱਗ ਉਮੀਦਵਾਰ ਆਪਣੀ ਮਿਹਨਤ ਛੱਡ ਕੇ ਇਹਨਾਂ ਦੇ ਝਾਂਸੇ ਵਿੱਚ ਆ ਕੇ ਪੈਸੇ ਦੇਣ ਸਮੇਂ ਕੋਈ ਅੱਗੇ ਪਿੱਛੇ ਨਹੀਂ ਸੋਚਦੇ। ਡੈਂਡੀ ਪਤਾ ਉਸ ਸਮੇਂ ਲੱਗਦਾ ਹੈ ਜਦ ਠੱਗ ਪੈਸੇ ਲੈ ਕੇ ਰਫੂ ਚੱਕਰ ਹੋ ਜਾਂਦੇ ਹਨ। ਡੈਂਡੀ ਉਹ ਉਮੀਦਵਾਰ ਨਾ ਘਰ ਦੇ ਰਹਿੰਦੇ ਹਨ ਨਾ ਘਾਟ ਦੇ। ਡੈਂਡੀ ਹੁਣੇ ਖਬਰ ਸਾਹਮਣੇ ਆਈ ਹੈ ਕਿ ਪਟਿਆਲੇ ਵਿੱਚ ਠੱਗ ਫੌਜ ਵਿੱਚ ਭਰਤੀ ਕਰਵਾਉਣ ਵਾਲਿਆਂ ਨੂੰ ਠੱਗ ਕੇ ਲੈ ਗਏ ਹਨ। ਡੈਂਡੀ ਉਹਨਾਂ ਵਿੱਚੋਂ ਕੁਝ ਫੜੇ ਗਏ ਹਨ। ਡੈਂਡੀ ਫੌਜ ਵਿੱਚ ਭਰਤੀ ਹੋਣ ਵਾਲੇ ਤਾਂ ਘੱਟ ਦੌੜਦੇ ਹਨ ਡੈਂਡੀ, ਪਰ ਭਰਤੀ ਕਰਵਾਉਣ ਵਾਲੇ ਠੱਗ ਜ਼ਿਆਦਾ ਦੌੜ ਰਹੇ ਹਨ। ਡੈਂਡੀ ਇਹਨਾਂ ਠੱਗਾਂ 'ਤੇ ਸਰਕਾਰ ਕਦੋਂ ਸਿਕੰਜਾ ਕੱਸੇਗੀ, ਇਹ ਹੁਣ ਵੇਖਣਾ ਹੋਵੇਗਾ। ਡੈਂਡੀ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਲੋਕ ਕਦੋਂ ਤੱਕ ਹੋਰ ਸਮੁੱਚੇ ਦੇਸ਼ ਦੇ ਮੂੰਹ ਵੱਲ ਵੇਖਦੇ ਰਹਿਣਗੇ। ਡੈਂਡੀ ਬੇਰੁਜ਼ਗਾਰਾਂ ਦੇ ਕਾਰਡ ਕਰੋਨਾ ਵਰਗੀ ਮਹਾਂਮਾਰੀ ਦੇ ਚੱਲਦਿਆਂ ਪੂਰੇ ਦੇਸ਼ ਵਿੱਚ ਤਾਲਾਬੰਦੀ ਹੋਣ ਕਰਕੇ ਸਾਰੇ ਕੰਮ ਪੂਰੀ ਤਰ੍ਹਾਂ ਠੱਪ ਹੋ ਗਏ ਸਨ, ਜਿਸ ਕਰਕੇ ਇੱਕ ਵਾਰ ਤਾਂ ਜ਼ਿੰਦਗੀ ਦੀ ਗੱਡੀ ਪੂਰੀ ਤਰ੍ਹਾਂ ਲੀਹ ਤੋਂ ਲੈ ਗਈ ਸੀ ਡੈਂਡੀ, ਪਰ ਹੁਣ ਸਹਿਜੇ ਸਹਿਜੇ ਜ਼ਿੰਦਗੀ ਦੀ ਗੱਡੀ ਮੁੜ ਲੀਹ 'ਤੇ ਆ ਗਈ ਹੈ। ਡੈਂਡੀ ਸਾਰੇ ਦਫ਼ਤਰਾਂ ਦੇ ਕੰਮ ਕਾਜ ਆਮ ਵਾਂਗ ਹੋਣ ਲੱਗ ਪਏ ਹਨ, ਪਰ ਦੂਜੇ ਪਾਸੇ ਕਰੋਨਾ ਕਾਲ ਦੇ ਸਮੇਂ ਦੀ ਸਭ ਤੋਂ ਵੱਡੀ ਮਾਰ ਬੇਰੁਜ਼ਗਾਰ ਵਰਗ ਨੂੰ ਪੈ ਰਹੀ ਹੈ। ਡੈਂਡੀ ਇੱਕ ਪਾਸੇ ਬੇਰੁਜ਼ਗਾਰੀ ਅਤੇ ਦੂਜੇ ਪਾਸੇ ਕੋਰੋਨਾ ਦੀ ਕੁਦਰਤੀ ਕਰੋਪੀ ਨੇ ਬੇਰੁਜ਼ਗਾਰਾਂ ਨੂੰ ਬੁਰੀ ਤਰ੍ਹਾਂ ਝੰਬ ਕੇ ਰੱਖ ਦਿੱਤਾ ਹੈ ਡੈਂਡੀ, ਪਰੰਤੂ ਹੁਣ ਬੇਰੁਜ਼ਗਾਰ ਵਰਗ ਨੂੰ ਤੀਜੀ ਵੱਡੀ ਮਾਰ ਪੰਜਾਬ ਸਰਕਾਰ ਦੀ ਬੇਰੁਖੀ ਦੀ ਪੈ ਰਹੀ ਹੈ। ਡੈਂਡੀ ਸਕੂਲਾਂ ਕਾਲਜਾਂ ਸਮੇਤ ਹੋਰ ਦਫ਼ਤਰਾਂ ਦੇ ਕੰਮ ਆਮ ਵਾਂਗ ਚੱਲ ਪਏ ਹਨ, ਤਾਂ ਫਿਰ ਬੇਰੁਜ਼ਗਾਰਾਂ ਦੇ ਰੁਜ਼ਗਾਰ ਦਫ਼ਤਰਾਂ ਦੇ ਕਾਰਡ ਦੀ ਮਿਆਦ ਵਧਾਉਣ ਵਿੱਚ ਕੀ ਹਰਜ ਹੈ। ਡੈਂਡੀ ਬੇਰੁਜ਼ਗਾਰਾਂ ਪ੍ਰਤੀ ਸਰਕਾਰ ਦੀ ਨੀਤੀ ਵਿੱਚ ਕਿਤੇ ਖੋਟ ਨਜ਼ਰ ਆਉਂਦਾ ਪ੍ਰਤੀਤ ਹੋ ਰਿਹਾ ਹੈ। ਡੈਂਡੀ ਬੀਤੇ ਦਿਨੀ ਨਗਰ ਕੌਂਸਲਾਂ, ਨਗਰ ਪੰਚਾਇਤਾਂ ਅਤੇ ਨਗਰ ਨਿਗਮ ਦੀ ਚੋਣ ਸਮੇਂ ਅਜਿਹੀ ਕਿਸੇ ਵੀ ਤਰ੍ਹਾਂ ਦੀ ਰੋਕ ਨਹੀਂ ਸੀ ਡੈਂਡੀ ਕਿ ਸਭ ਰੋਕਾਂ ਬੇਰੁਜ਼ਗਾਰ ਵਰਗ ਲਈ ਹੀ ਲਾਗੂ ਹੁੰਦੀਆਂ ਹਨ। ਡੈਂਡੀ ਸਰਕਾਰ ਨੂੰ ਤੁਰੰਤ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ। ਡੈਂਡੀ ਆਵਾਰਾ ਕੁੱਤੇ ਬਹੁਤ ਦੁੱਖ ਹੁੰਦਾ ਹੈ ਜਦੋਂ ਆਵਾਰਾ ਕੁੱਤੇ ਛੋਟੇ ਛੋਟੇ ਮਾਸੂਮ ਬੱਚਿਆਂ ਨੂੰ ਤੇ ਰਾਹਗੀਰਾਂ ਨੂੰ ਘੇਰ ਕੇ ਨੋਚ ਕੇ ਖਾ ਜਾਂਦੇ ਹਨ। ਡੈਂਡੀ ਕੱਲ੍ਹ ਕਿਸੇ ਹੋਰ ਦੀ ਵਾਰੀ ਨਾ ਆਵੇ, ਪ੍ਰਸ਼ਾਸਨ ਨੂੰ ਇਸ ਪਾਸੇ ਵੱਲ ਪੂਰਾ ਧਿਆਨ ਦੇਣਾ ਚਾਹੀਦਾ ਹੈ। ਡੈਂਡੀ ਹੱਡਾਂ ਰੋੜੀਆਂ ਪਿੰਡਾਂ ਤੇ ਸੜਕਾਂ ਤੋਂ ਦੂਰ ਹੋਣੀਆਂ ਚਾਹੀਦੀਆਂ ਹਨ ਤੇ ਕੋਈ ਨਾ ਕੋਈ ਜ਼ਿੰਮੇਵਾਰ ਜਾਂ ਪਹਿਰੇਦਾਰ ਜ਼ਰੂਰ ਹੋਣਾ ਚਾਹੀਦਾ ਹੈ। ਡੈਂਡੀ ਆਵਾਰਾ
ਕੁੱਤੇ ਗਲੀਆਂ ਸੜਕਾਂ ਤੋਂ ਦੁਰਘਟਨਾਵਾਂ ਦਾ ਕਾਰਨ ਬਣ ਜਾਂਦੇ ਹਨ। ਡੰਡੀ ਇਸ ਦਾ ਬੰਦੋਬਸਤ ਵੀ ਹੋਵੇ ਤਾਂ ਕਿ ਉਹ ਕਿਸੇ ਦੀ ਜਾਨ ਦਾ ਖੌਅ ਨਾ ਬਣ ਜਾਣ ਅਤੇ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਡੰਡੀ ਸਟਾਰਟ। ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਅਮਰੀਕੀ ਨਾਗਰਿਕਤਾ ਬਿੱਲ 2021 ਪੇਸ਼ ਕੀਤੇ ਜਾਣ ਨਾਲ ਇੱਕ ਪਾਸੇ ਜਿੱਥੇ ਡੈਮੋਕ੍ਰੇਟਿਕ ਪਾਰਟੀ ਵੱਲੋਂ ਭਾਰਤ ਨਾਲ ਸੰਬੰਧਾਂ ਨੂੰ ਲੈ ਕੇ ਅਪਣਾਈਆਂ ਜਾਣ ਵਾਲੀਆਂ ਨੀਤੀਆਂ ਬਾਰੇ ਸਪਸ਼ਟ ਰੂਪ ਨਾਲ ਪਤਾ ਲੱਗਦਾ ਹੈ, ਉੱਥੇ ਸਾਬਕਾ ਰਿਪਬਲਿਕਨ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਅਮਰੀਕੀ ਰਾਸ਼ਟਰਵਾਦ ਦੀ ਆੜ ਵਿੱਚ ਕਈ ਦੇਸ਼ ਪ੍ਰਤੀ ਅਪਣਾਈਆਂ ਗਈਆਂ ਇੱਕ ਪਾਸੜ ਨੀਤੀਆਂ ਵਿੱਚ ਸੁਧਾਰ ਕੀਤੇ ਜਾਣ ਦਾ ਵੀ ਸੰਕੇਤ ਮਿਲਦਾ ਹੈ। ਡੰਡੀ ਰਾਸ਼ਟਰਪਤੀ ਟਰੰਪ ਦੇ ਸ਼ਾਸਨ ਵਿੱਚ ਕਈ ਦੇਸ਼ਾਂ ਪ੍ਰਤੀ ਇਸ ਤਰ੍ਹਾਂ ਦੀਆਂ ਨੀਤੀਆਂ ਧਾਰਨ ਕੀਤੀਆਂ ਗਈਆਂ ਸਨ, ਜਿਸ ਨਾਲ ਇੱਕ ਪਾਸੇ ਉਹਨਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਅਮਰੀਕੀ ਵੀਜ਼ਾ ਮਿਲਣ ਵਿੱਚ ਦੁਸ਼ਵਾਰੀਆਂ ਵੱਧ ਗਈਆਂ ਸਨ, ਉੱਥੇ ਅਮਰੀਕਾ ਵਿੱਚ ਅਸਥਾਈ ਰੂਪ ਨਾਲ ਅਤੇ ਫਿਰ ਸਥਾਈ ਵੀਜ਼ਾ ਪ੍ਰਾਪਤ ਕਰਨ ਹਿੱਤ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਡੰਡੀ ਇਸ ਕਾਰਨ ਕਈ ਏਸ਼ੀਆਈ ਅਤੇ ਅਫਰੀਕੀ ਦੇਸ਼ਾਂ ਦੇ ਨਾਲ ਨਾਲ ਭਾਰਤ ਦੇ ਨਾਗਰਿਕ ਵੀ ਬੇਹੱਦ ਪ੍ਰਭਾਵਿਤ ਹੋਏ ਸਨ। ਡੰਡੀ ਸਭ ਤੋਂ ਵਧੇਰੇ ਸੰਕਟ ਭਾਰਤੀਆਂ ਲਈ ਹੀ ਖੜ੍ਹਾ ਹੋਇਆ ਸੀ। ਡੰਡੀ ਹਾਲਾਂਕਿ ਟਰੰਪ ਪ੍ਰਸ਼ਾਸਨ ਦੀਆਂ ਕੁਝ ਨੀਤੀਆਂ ਭਾਰਤ ਦੇ ਸਮਰਥਨ ਵਿੱਚ ਰਹੀਆਂ ਸਨ, ਪਰ ਇਮੀਗ੍ਰੇਸ਼ਨ ਨੀਤੀ ਨਾਲ ਭਾਰਤੀ ਲੋਕ ਕਾਫੀ ਪ੍ਰਭਾਵਿਤ ਹੋਏ। ਡੰਡੀ ਟਰੰਪ ਦੇ ਕਾਰਜਕਾਲ ਦੀਆਂ ਕਈ ਨੀਤੀਆਂ ਕਾਰਨ ਵਿਸ਼ਵ ਸ਼ਕਤੀ ਦੇਸ਼ ਅਮਰੀਕਾ ਅਲੱਗ ਥਲੱਗ ਪੈਣ ਲੱਗਾ ਸੀ। ਡੰਡੀ ਪੈਰਾ ਇਸ ਬਿੱਲ ਦੇ ਸੰਸਦ ਵਿੱਚ ਪੇਸ਼ ਹੋਣ ਨਾਲ ਇਹ ਵੀ ਸੰਕੇਤ ਮਿਲਦਾ ਹੈ ਕਿ ਬਾਈਡਨ ਪ੍ਰਸ਼ਾਸਨ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਲਏ ਗਏ ਅਨੇਕ ਫੈਸਲਿਆਂ ਨੂੰ ਪਲਟਣ ਜਾਂ ਉਹਨਾਂ ਵਿੱਚ ਸੁਧਾਰ ਕਰਨ ਦੀ ਦਿਸ਼ਾ ਵਿੱਚ ਯਤਨਸ਼ੀਲ ਹਨ, ਜਿਨ੍ਹਾਂ ਕਾਰਨ ਅਮਰੀਕਾ ਦੇ ਸਮਰਥਕ ਦੇਸ਼ਾਂ ਅੰਦਰ ਕੁਝ ਮਨਮੁਟਾਓ ਪੈਦਾ ਹੋਣ ਲੱਗੇ ਸਨ। ਡੰਡੀ ਇਮੀਗ੍ਰੇਸ਼ਨ ਨੀਤੀ ਸੰਬੰਧੀ ਟਰੰਪ ਦੇ ਇੱਕ ਪਾਸੜ ਫੈਸਲਿਆਂ ਨੇ ਕਾਫੀ ਨਿਰਾਸ਼ਾ ਪੈਦਾ ਕਰ ਦਿੱਤੀ ਸੀ। ਡੰਡੀ ਇਸ ਦਾ ਸਭ ਤੋਂ ਵਧੇਰੇ ਨੁਕਸਾਨ ਭਾਰਤ ਤੋਂ ਪੜ੍ਹਾਈ ਜਾਂ ਨੌਕਰੀ ਲਈ ਅਮਰੀਕਾ ਜਾਣ ਵਾਲੇ ਲੋਕਾਂ ਅਤੇ ਖਾਸ ਤੌਰ 'ਤੇ ਨੌਜਵਾਨਾਂ 'ਤੇ ਪਿਆ ਸੀ। ਡੰਡੀ ਹਾਲਾਂਕਿ ਭਾਰਤ ਸਰਕਾਰ ਦੀਆਂ ਕਈ ਕੋਸ਼ਿਸ਼ਾਂ ਦੇ ਬਾਵਜੂਦ ਟਰੰਪ ਪ੍ਰਸ਼ਾਸਨ ਵੱਲੋਂ ਸਿਰਫ ਭਰੋਸੇ ਹੀ ਮਿਲਦੇ ਰਹੇ ਸਨ। ਡੰਡੀ ਹੁਣ ਜੋ ਬਾਈਡਨ ਪ੍ਰਸ਼ਾਸਨ ਵੱਲੋਂ ਨਵਾਂ ਇਮੀਗ੍ਰੇਸ਼ਨ ਬਿੱਲ ਪੇਸ਼ ਕਰਨ ਨਾਲ ਆਸ ਬੱਝਦੀ ਹੈ ਕਿ ਅਮਰੀਕਾ ਦਾ ਵੀਜ਼ਾ ਹਾਸਲ ਕਰਨ ਦੀ ਇੱਛਾ ਰੱਖਣ ਵਾਲੇ ਭਾਰਤੀਆਂ ਦੇ ਨਾਲ ਕਈ ਹੋਰ ਦੇਸ਼ਾਂ ਦੇ ਲੋਕਾਂ ਨੂੰ ਵੀ ਲਾਭ ਮਿਲ ਸਕਦਾ ਹੈ। ਡੰਡੀ ਇਸ ਬਿੱਲ ਦੇ ਪਾਸ ਹੋਣ ਤੋਂ ਬਾਅਦ ਸੂਚਨਾ ਤਕਨੀਕ ਦੇ ਪੇਸ਼ੇਵਰ ਨੌਜਵਾਨਾਂ ਨੂੰ ਅਮਰੀਕਾ ਵਿੱਚ ਰੁਜ਼ਗਾਰ ਲਈ ਵੀਜ਼ਾ ਹਾਸਲ ਕਰਨ ਵਿੱਚ ਸੌਖ ਹੋਵੇਗੀ। ਡੰਡੀ ਇਸ ਬਿੱਲ ਵਿੱਚ ਅਜਿਹੀ ਵਿਵਸਥਾ ਚਾਹੁਣ ਵਾਲੇ ਕਿਸੇ ਇੱਕ ਦੇਸ਼ ਦੇ ਲੋਕਾਂ ਦੀ ਗਿਣਤੀ ਨੂੰ ਸੀਮਤ ਨਾ ਕਰਨ ਅਤੇ ਉਸ 'ਤੇ ਰੋਕ
ਨਾਂ ਲਗਾਉਣ ਦੀ ਵਿਵਸਥਾ ਕੀਤੀ ਗਈ ਹੈ, ਜਿਸ ਦਾ ਸਿੱਧਾ ਲਾਭ ਭਾਰਤ ਦੇ ਨੌਜਵਾਨਾਂ ਨੂੰ ਹੋਵੇਗਾ। ਡੰਡੀ ਇਸ ਨਾਲ H-1B ਵੀਜ਼ਾ ਧਾਰਕਾਂ ਦੇ ਚਾਹਵਾਨਾਂ ਨੂੰ ਅਮਰੀਕਾ ਜਾਣ ਲਈ ਵੀਜ਼ਾ ਪ੍ਰਾਪਤ ਕਰਨ ਵਿੱਚ ਸੌਖ ਹੋਵੇਗੀ। ਡੰਡੀ ਇਸ ਸਹੂਲਤ ਲਈ ਭਾਰਤੀ ਅਧਿਕਾਰੀਆਂ ਅਤੇ ਸਰਕਾਰ ਵੱਲੋਂ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ। ਡੰਡੀ ਇਸ ਬਿੱਲ ਦੇ ਕਾਨੂੰਨ ਬਣਨ ਨਾਲ ਅਮਰੀਕਾ ਵਿੱਚ ਕਾਨੂੰਨੀ ਰੂਪ ਨਾਲ ਰਹਿ ਰਹੇ ਉਹਨਾਂ ਲੱਖਾਂ ਲੋਕਾਂ ਨੂੰ ਆਸ ਦੀ ਕਿਰਨ ਦਿਖਾਈ ਦੇਣ ਲੱਗੇਗੀ, ਜਿਨ੍ਹਾਂ 'ਤੇ ਟਰੰਪ ਦੇ ਸ਼ਾਸਨ ਵਿੱਚ ਉੱਥੇ ਕੱਢੇ ਜਾਣ ਦੀ ਤਲਵਾਰ ਲਟਕਣ ਲੱਗੀ ਸੀ। ਡੰਡੀ ਇਸ ਕਾਨੂੰਨ ਦਾ ਇੱਕ ਵੱਡਾ ਲਾਭ ਉਹਨਾਂ ਲੋਕਾਂ ਨੂੰ ਵੀ ਹੋਵੇਗਾ ਜੋ ਅਮਰੀਕਾ ਵਿੱਚ ਪਿਛਲੇ 10 ਸਾਲ ਤੋਂ ਰਹਿ ਰਹੇ ਹਨ। ਡੰਡੀ ਹੁਣ ਉਹਨਾਂ ਨੂੰ ਵੀਜ਼ਾ ਦੀਆਂ ਸਖਤ ਪਾਬੰਦੀਆਂ ਤੋਂ ਰਾਹਤ ਹਾਸਲ ਹੋਵੇਗੀ। ਡੰਡੀ ਇਸ ਬਿੱਲ ਵਿੱਚ ਖੇਤੀਬਾੜੀ ਸੰਬੰਧੀ ਕਾਨੂੰਨੀ ਤੌਰ 'ਤੇ ਮਜ਼ਦੂਰੀ ਕਰਨ ਗਏ ਕਾਮਿਆਂ ਨੂੰ ਵੀ ਗ੍ਰੀਨ ਕਾਰਡ ਮੁਹੱਈਆ ਕਰਵਾਉਣ ਦੀ ਵਿਵਸਥਾ ਹੈ। ਡੰਡੀ ਇਸ ਪ੍ਰਕਾਰ ਇਹ ਇੱਕ ਅਜਿਹੀ ਵਿਵਸਥਾ ਹੈ ਜਿਸ ਸੰਬੰਧੀ ਬਾਈਡਨ ਪ੍ਰਸ਼ਾਸਨ ਪ੍ਰਤੀ ਪਹਿਲਾਂ ਸਾਰਥਿਕ ਪ੍ਰਤੀਕਰਮ ਪ੍ਰਗਟ ਹੁੰਦਾ ਹੈ। ਡੰਡੀ ਪਹਿਰਾ ਬਾਈਡਨ ਪ੍ਰਸ਼ਾਸਨ ਦੇ ਜਿਨ੍ਹਾਂ ਹੋਰ ਫੈਸਲਿਆਂ ਸੰਬੰਧੀ ਵਿਸ਼ਵ ਰਾਜਨੀਤਿਕ ਮੰਚ 'ਤੇ ਸਾਰਥਿਕ ਪ੍ਰਤੀਕਰਮ ਪ੍ਰਗਟ ਕੀਤਾ ਜਾ ਰਿਹਾ ਹੈ, ਉਹਨਾਂ ਵਿੱਚ ਚੀਨ ਨਾਲ ਲੋੜ ਅਨੁਸਾਰ ਸਬੰਧ ਸਥਾਪਿਤ ਕਰਨ, ਈਰਾਨ ਨਾਲ ਟਰੰਪ ਕਾਰਜਕਾਲ ਵਿੱਚ ਵਿਗੜੇ ਸਬੰਧਾਂ ਨੂੰ ਸੁਧਾਰਨਾ ਵੀ ਸ਼ਾਮਲ ਹੈ। ਡੰਡੀ ਬਾਈਡਨ ਪ੍ਰਸ਼ਾਸਨ ਵੱਲੋਂ ਅਮਰੀਕਾ ਨੂੰ ਪੈਰਿਸ ਜਲਵਾਯੂ ਸਮਝੌਤੇ ਵਿੱਚ ਮੁੜ ਸ਼ਾਮਲ ਕਰਨਾ ਬੜਾ ਅਹਿਮ ਮੰਨਿਆ ਜਾਂਦਾ ਹੈ। ਡੰਡੀ ਟਰੰਪ ਪ੍ਰਸ਼ਾਸਨ ਨੂੰ ਪੈਰਿਸ ਸਮਝੌਤੇ ਤੋਂ ਵੱਖ ਹੋਣ ਕਰਕੇ ਵੱਡੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ਡੰਡੀ ਰਾਸ਼ਟਰਪਤੀ ਬਾਈਡਨ ਦੇ ਪਹਿਲੇ ਫੈਸਲਿਆਂ ਵਿੱਚ ਪੈਰਿਸ ਸਮਝੌਤੇ ਨਾਲ ਜੁੜਨਾ ਪ੍ਰਮੁੱਖ ਮੁੱਦਾ ਰਿਹਾ ਹੈ। ਡੰਡੀ ਇਸ ਦੇ ਨਾਲ ਹੀ ਵਿਸ਼ਵ ਸਿਹਤ ਸੰਸਥਾ ਨਾਲ ਰਵਾਇਤੀ ਸਬੰਧਾਂ ਦੀ ਬਹਾਲੀ ਵੀ ਬਾਈਡਨ ਦਾ ਵੱਡਾ ਫੈਸਲਾ ਹੈ। ਡੰਡੀ ਟਰੰਪ ਕਾਰਜਕਾਲ ਵਿੱਚ ਅਮਰੀਕਾ ਇਸ ਸੰਗਠਨ ਤੋਂ ਵੱਖ ਹੋ ਗਿਆ ਸੀ ਅਤੇ ਉਸ ਨੇ ਇਸ ਨੂੰ ਦਿੱਤੀ ਜਾਣ ਵਾਲੀ ਮਦਦ ਵੀ ਰੋਕ ਲਈ ਸੀ। ਡੰਡੀ ਇਸ ਤਰ੍ਹਾਂ ਬਾਈਡਨ ਪ੍ਰਸ਼ਾਸਨ ਨੇ ਮੁੱਢਲੇ ਪੜਾਅ ਦੇ ਆਪਣੇ ਫੈਸਲਿਆਂ ਅਤੇ ਐਲਾਨਾਂ ਨਾਲ ਆਸ ਦੀ ਇੱਕ ਕਿਰਨ ਪੈਦਾ ਕੀਤੀ ਹੈ। ਡੰਡੀ ਅਮਰੀਕਾ ਇੱਕ ਮਹਾਂਸ਼ਕਤੀ ਦੇਸ਼ ਹੈ। ਡੰਡੀ ਵਿਸ਼ਵ ਦਾ ਇੱਕ ਵੱਡਾ ਭਾਗ ਇਸੇ ਧੁਰੇ ਦੁਆਲੇ ਘੁੰਮਦਾ ਹੈ। ਡੰਡੀ ਅਮਰੀਕੀ ਸ਼ਾਸਨ ਦੀਆਂ ਨੀਤੀਆਂ ਅਤੇ ਪ੍ਰੋਗਰਾਮ ਪੂਰੇ ਵਿਸ਼ਵ ਨੂੰ ਪ੍ਰਭਾਵਿਤ ਕਰਦੇ ਹਨ। ਡੰਡੀ ਇਸ ਲਈ ਬਹੁਤ ਸੁਭਾਵਿਕ ਹੈ ਕਿ ਬਾਈਡਨ ਪ੍ਰਸ਼ਾਸਨ ਆਪਣੇ ਲਈ ਜਿਸ ਤਰ੍ਹਾਂ ਦੀਆਂ ਨੀਤੀਆਂ ਨਿਰਧਾਰਤ ਕਰੇਗਾ, ਉਸ ਨਾਲ ਪੂਰਾ ਵਿਸ਼ਵ ਕਿਸੇ ਨਾ ਕਿਸੇ ਰੂਪ ਵਿੱਚ ਪ੍ਰਭਾਵਿਤ ਹੁੰਦਾ ਰਹੇਗਾ। ਡੰਡੀ ਸਟਾਰਟ। ਇੱਕ ਪਾਸੇ ਜਦੋਂ ਸੰਸਾਰ ਕਰੋਨਾ ਮਹਾਂਮਾਰੀ ਨਾਲ ਜੂਝ ਰਿਹਾ ਹੈ, ਡਾਕਟਰਾਂ ਦੀਆਂ ਬਿਹਤਰੀਨ ਸੇਵਾਵਾਂ ਨੂੰ ਪੂਰਾ ਵਿਸ਼ਵ ਸਲਾਮ
ਕਰ ਰਿਹਾ ਹੈ। ਡੈਂਡੀ ਇਸੇ ਦੌਰਾਨ ਬੀਤੀ 27 ਮਈ 2020 ਨੂੰ ਪੰਜਾਬ ਕੈਬਨਿਟ ਦੀ ਮੀਟਿੰਗ ਦੌਰਾਨ ਸਿਹਤ ਸਿੱਖਿਆ ਸੰਸਥਾਨ ਐਕਟ 2006 ਵਿੱਚ ਸੋਧ ਕਰਕੇ ਐਕਟ 2020 ਦੇ ਅੰਤਰਗਤ ਸੂਬੇ ਦੇ ਸਰਕਾਰੀ ਤੇ ਨਿੱਜੀ ਮੈਡੀਕਲ ਕਾਲਜਾਂ ਵਿੱਚ ਮੈਡੀਕਲ ਕੋਰਸਾਂ ਜਿਵੇਂ MBBS ਦੀਆਂ 1100 ਸੀਟਾਂ ਅਤੇ MD MS ਕੋਰਸ ਦੀਆਂ 371 ਸੀਟਾਂ ਲਈ ਫੀਸਾਂ ਵਿੱਚ ਵਾਧੇ ਨੂੰ ਮਨਜ਼ੂਰੀ ਦੇਣ ਦੇ ਫੈਸਲੇ ਨੇ ਇਸ ਖੇਤਰ ਵਿੱਚ ਪੈਰ ਪਾਉਣ ਵਾਲਿਆਂ ਨੂੰ ਚੁਣੌਤੀ ਦਿੱਤੀ ਹੈ। ਡੈਂਡੀ ਸਾਡੇ ਸੂਬੇ ਵਿੱਚ ਹੀ ਸਾਲ 2015 ਵਿੱਚ ਸਰਕਾਰੀ ਮੈਡੀਕਲ ਕਾਲਜਾਂ ਅਤੇ ਸੰਨ 2014 ਵਿੱਚ ਨਿੱਜੀ ਮੈਡੀਕਲ ਕਾਲਜਾਂ ਦੀਆਂ ਫੀਸਾਂ ਵਧਾਉਣ ਦੀ ਸੂਚਨਾ ਜਾਰੀ ਹੋਈ ਸੀ। ਡੈਂਡੀ ਹਾਲਾਂਕਿ ਪਿਛਲੇ ਇੱਕ ਦਹਾਕੇ ਤੋਂ ਇਹਨਾਂ ਕੋਰਸਾਂ ਦੀਆਂ ਫੀਸਾਂ ਵਿੱਚ ਰਿਕਾਰਡ ਤੋੜ ਵਾਧਾ ਕੀਤਾ ਗਿਆ ਹੈ ਜੋ ਲਗਾਤਾਰ ਜਾਰੀ ਹੈ। ਡੈਂਡੀ MBBS BDS BA MS ਆਦਿ ਕੋਰਸਾਂ ਦੀਆਂ ਫੀਸਾਂ 'ਚ 77% ਤੱਕ ਵਾਧਾ ਪੰਜਾਬ ਸੂਬੇ ਦੇ ਸਰਕਾਰੀ ਮੈਡੀਕਲ ਕਾਲਜਾਂ ਅੰਦਰ ਨਿੱਜੀ ਮੈਡੀਕਲ ਕਾਲਜਾਂ ਵਿੱਚ 33% ਅਤੇ ਮੈਨੇਜਮੈਂਟ ਕੋਟੇ ਤਹਿਤ 16.5% ਵਾਧਾ ਕੀਤਾ ਗਿਆ ਹੈ ਜੋ ਪੂਰੇ ਦੇਸ਼ ਅੰਦਰ ਮੈਡੀਕਲ ਕੋਰਸਾਂ ਵਿੱਚ ਕੀਤੇ ਗਏ ਵਾਧੇ ਦਾ ਸਭ ਤੋਂ ਜ਼ਿਆਦਾ ਹੈ। ਡੈਂਡੀ ਸਿੱਖਿਆ ਮਾਹਿਰਾਂ ਅਨੁਸਾਰ ਤੇ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਫੀਸਾਂ ਵਿੱਚ ਵਾਧਾ 15% ਤੋਂ ਜ਼ਿਆਦਾ ਨਹੀਂ ਕੀਤਾ ਜਾ ਸਕਦਾ। ਡੈਂਡੀ ਇਸ ਵਿੱਚ ਸਰਕਾਰ ਦਾ ਤਰਕ ਹੈ ਪਿਛਲੇ 5-6 ਸਾਲਾਂ ਦੌਰਾਨ ਕੀਮਤ ਸੂਚਕ ਅੰਕ ਵਿੱਚ ਵਾਧਾ ਹੋਣ ਕਾਰਨ ਜੋ ਵਰਤਮਾਨ ਵਿੱਚ ਫੀਸਾਂ ਵਸੂਲੀਆਂ ਜਾ ਰਹੀਆਂ ਹਨ ਉਹ ਇਹਨਾਂ ਸੰਸਥਾਵਾਂ ਨੂੰ ਚੰਗੀ ਤਰ੍ਹਾਂ ਚਲਾਉਣ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਅਤੇ ਮੈਡੀਕਲ ਕੌਂਸਲ ਆਫ ਇੰਡੀਆ ਦੇ ਮਾਪਦੰਡਾਂ ਨੂੰ ਪੂਰਨ ਤੇ ਸਮਰੱਥ ਨਹੀਂ ਸਨ। ਡੈਂਡੀ ਇਹ ਵੀ ਤਾਂ ਕੌੜਾ ਸੱਚ ਹੈ ਕਿ ਮਾਪਿਆਂ ਦਾ ਪ੍ਰੀ ਮੈਡੀਕਲ ਟੈਸਟ ਦੀ ਤਿਆਰੀ ਸਮੇਂ ਤੋਂ ਹੀ ਖਰਚੇ ਦਾ ਮੁੱਢ ਵੱਧ ਜਾਂਦਾ ਹੈ ਤੇ ਗ੍ਰੈਜੂਏਸ਼ਨ ਤੱਕ ਪਹੁੰਚਦੇ ਝੁੱਗਾ ਚੌੜ ਹੋਣ ਦੀ ਨੌਬਤ ਆ ਜਾਂਦੀ ਹੈ। ਡੈਂਡੀ ਸੂਬੇ ਅੰਦਰ ਪੋਸਟ ਗ੍ਰੈਜੂਏਸ਼ਨ ਕੋਰਸ MD MS MDS ਵਿੱਚ ਦਾਖਲੇ ਦੀ ਕੌਂਸਲਿੰਗ ਦੇ ਪਹਿਲੇ ਦੌਰ ਦੇ ਖਤਮ ਹੋਣ ਤੋਂ ਇੱਕ ਹਫ਼ਤੇ ਬਾਅਦ ਹੀ ਵਧੀਆਂ ਹੋਈਆਂ ਫੀਸਾਂ ਦਾ ਐਲਾਨ ਕੀਤਾ ਗਿਆ ਸੀ। ਇਸੇ ਦਾ ਨਤੀਜਾ ਇਹ ਹੈ ਕਿ ਸਾਡੇ ਸੂਬੇ ਅੰਦਰ BDS ਦੀਆਂ 354 ਸੀਟਾਂ ਜੋ ਵੱਖ-ਵੱਖ ਨਿੱਜੀ ਕਾਲਜਾਂ ਦੀਆਂ ਹਨ ਮਹਿੰਗਾਈ ਕਾਰਨ ਕੋਈ ਲੈਣ ਨੂੰ ਤਿਆਰ ਨਹੀਂ ਹੈ। ਡੈਂਡੀ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਅਮਰੀਕੀ ਨਾਗਰਿਕਤਾ ਬਿੱਲ 2021 ਪੇਸ਼ ਕੀਤੇ ਜਾਣ ਨਾਲ ਇੱਕ ਪਾਸੇ ਜਿੱਥੇ ਡੈਮੋਕ੍ਰੈਟਿਕ ਪਾਰਟੀ ਵੱਲੋਂ ਭਾਰਤ ਨਾਲ ਸੰਬੰਧਾਂ ਨੂੰ ਲੈ ਕੇ ਅਪਣਾਈਆਂ ਜਾਣ ਵਾਲੀਆਂ ਨੀਤੀਆਂ ਬਾਰੇ ਸਪਸ਼ਟ ਰੂਪ ਨਾਲ ਪਤਾ ਲੱਗਦਾ ਹੈ, ਉੱਥੇ ਸਾਬਕਾ ਰਿਪਬਲਿਕਨ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਅਮਰੀਕੀ ਰਾਸ਼ਟਰਵਾਦ ਦੇ ਆੜ ਵਿੱਚ ਕਈ ਦੇਸ਼ਾਂ ਪ੍ਰਤੀ ਅਪਣਾਈਆਂ ਗਈਆਂ ਇੱਕ ਪਾਸੜ ਨੀਤੀਆਂ ਵਿੱਚ ਸੁਧਾਰ ਕੀਤੇ ਜਾਣ ਦਾ ਵੀ ਸੰਕੇਤ ਮਿਲਦਾ ਹੈ। ਡੰਡੀ ਰਾਸ਼ਟਰਪਤੀ
ਟਰੰਪ ਦੇ ਸ਼ਾਸਨ ਵਿੱਚ ਕਈ ਦੇਸ਼ਾਂ ਪ੍ਰਤੀ ਇਸ ਤਰ੍ਹਾਂ ਦੀਆਂ ਨੀਤੀਆਂ ਧਾਰਨ ਕੀਤੀਆਂ ਗਈਆਂ ਸਨ, ਜਿਸ ਨਾਲ ਇੱਕ ਪਾਸੇ ਉਹਨਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਅਮਰੀਕੀ ਵੀਜ਼ਾ ਮਿਲਣ ਵਿੱਚ ਦੁਸ਼ਵਾਰੀਆਂ ਵੱਧ ਗਈਆਂ ਸਨ, ਉੱਥੇ ਅਮਰੀਕਾ ਵਿੱਚ ਅਸਥਾਈ ਰੂਪ ਨਾਲ ਅਤੇ ਫਿਰ ਸਥਾਈ ਵੀਜ਼ਾ ਪ੍ਰਾਪਤ ਕਰਨ ਹਿੱਤ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡੰਡਿੰਗ ਇਸ ਕਾਰਨ ਕਈ ਏਸ਼ੀਆਈ ਅਤੇ ਅਫਰੀਕੀ ਦੇਸ਼ਾਂ ਦੇ ਨਾਲ ਨਾਲ ਭਾਰਤ ਦੇ ਨਾਗਰਿਕ ਵੀ ਬੇਹੱਦ ਪ੍ਰਭਾਵਿਤ ਹੋਏ ਸਨ। ਡੰਡਿੰਗ ਸਭ ਤੋਂ ਵਧੇਰੇ ਸੰਕਟ ਭਾਰਤੀਆਂ ਲਈ ਹੀ ਖੜਾ ਹੋਇਆ ਸੀ। ਡੰਡਿੰਗ ਹਾਲਾਂਕਿ ਟਰੰਪ ਪ੍ਰਸ਼ਾਸਨ ਦੀਆਂ ਕੁਝ ਨੀਤੀਆਂ ਭਾਰਤ ਦੇ ਸਮਰਥਨ ਵਿੱਚ ਰਹੀਆਂ ਸਨ, ਪਰ ਇਮੀਗ੍ਰੇਸ਼ਨ ਨੀਤੀ ਨਾਲ ਭਾਰਤੀ ਲੋਕ ਕਾਫੀ ਪ੍ਰਭਾਵਿਤ ਹੋਏ। ਡੰਡਿੰਗ ਟਰੰਪ ਦੇ ਕਾਰਜਕਾਲ ਦੀਆਂ ਕਈ ਨੀਤੀਆਂ ਕਾਰਨ ਵਿਸ਼ਵ ਸ਼ਕਤੀ ਦੇਸ਼ ਅਮਰੀਕਾ ਅਲੱਗ ਥਲੱਗ ਪੈਣ ਲੱਗਾ ਸੀ। ਡੰਡੀ ਭਰਾ ਇਸ ਬਿੱਲ ਦੇ ਸੰਸਦ ਵਿੱਚ ਪੇਸ਼ ਹੋਣ ਨਾਲ ਇਹ ਵੀ ਸੰਕੇਤ ਮਿਲਦਾ ਹੈ ਕਿ ਬਾਈਡਨ ਪ੍ਰਸ਼ਾਸਨ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਲਏ ਗਏ ਅਨੇਕ ਫੈਸਲਿਆਂ ਨੂੰ ਪਲਟਣ ਜਾਂ ਉਹਨਾਂ ਵਿੱਚ ਸੁਧਾਰ ਕਰਨ ਦੀ ਦਿਸ਼ਾ ਵਿੱਚ ਯਤਨਸ਼ੀਲ ਹਨ, ਜਿਨ੍ਹਾਂ ਕਾਰਨ ਅਮਰੀਕਾ ਦੇ ਸਮਰਥਕ ਦੇਸ਼ਾਂ ਅੰਦਰ ਕੁਝ ਮਨ ਮੁਟਾਓ ਪੈਦਾ ਹੋਣ ਲੱਗੇ ਸਨ। ਡੰਡਿੰਗ ਇਮੀਗ੍ਰੇਸ਼ਨ ਨੀਤੀ ਸੰਬੰਧੀ ਟਰੰਪ ਦੇ ਇੱਕ ਪਾਸੜ ਫੈਸਲਿਆਂ ਨੇ ਕਾਫੀ ਨਿਰਾਸ਼ਾ ਪੈਦਾ ਕਰ ਦਿੱਤੀ ਸੀ। ਡੰਡਿੰਗ ਇਸ ਦਾ ਸਭ ਤੋਂ ਵਧੇਰੇ ਨੁਕਸਾਨ ਭਾਰਤ ਤੋਂ ਪੜ੍ਹਾਈ ਜਾਂ ਨੌਕਰੀ ਲਈ ਅਮਰੀਕਾ ਜਾਣ ਵਾਲੇ ਲੋਕਾਂ ਅਤੇ ਖਾਸ ਤੌਰ 'ਤੇ ਨੌਜਵਾਨਾਂ 'ਤੇ ਪਿਆ ਸੀ। ਡੰਡਿੰਗ ਹਾਲਾਂਕਿ ਭਾਰਤ ਸਰਕਾਰ ਦੀਆਂ ਕਈ ਕੋਸ਼ਿਸ਼ਾਂ ਦੇ ਬਾਵਜੂਦ ਟਰੰਪ ਪ੍ਰਸ਼ਾਸਨ ਵੱਲੋਂ ਸਿਰਫ ਭਰੋਸੇ ਹੀ ਮਿਲਦੇ ਰਹੇ ਸਨ। ਡੰਡਿੰਗ ਹੁਣ ਜੋ ਬਾਈਡਨ ਪ੍ਰਸ਼ਾਸਨ ਵੱਲੋਂ ਨਵਾਂ ਇਮੀਗ੍ਰੇਸ਼ਨ ਬਿੱਲ ਪੇਸ਼ ਕਰਨ ਨਾਲ ਆਸ ਬੱਝਦੀ ਹੈ ਕਿ ਅਮਰੀਕਾ ਦਾ ਵੀਜ਼ਾ ਹਾਸਲ ਕਰਨ ਦੀ ਇੱਛਾ ਰੱਖਣ ਵਾਲੇ ਭਾਰਤੀਆਂ ਦੇ ਨਾਲ ਕਈ ਹੋਰਾਂ ਦੇਸ਼ਾਂ ਦੇ ਲੋਕਾਂ ਨੂੰ ਵੀ ਲਾਭ ਮਿਲ ਸਕਦਾ ਹੈ। ਡੰਡਿੰਗ ਇਸ ਬਿੱਲ ਦੇ ਪਾਸ ਹੋਣ ਤੋਂ ਬਾਅਦ ਸੂਚਨਾ ਤਕਨੀਕ ਦੇ ਪੇਸ਼ੇਵਰ ਨੌਜਵਾਨਾਂ ਨੂੰ ਅਮਰੀਕਾ ਵਿੱਚ ਰੁਜ਼ਗਾਰ ਲਈ ਵੀਜ਼ਾ ਹਾਸਲ ਕਰਨ ਵਿੱਚ ਸੌਖ ਹੋਵੇਗੀ। ਡੰਡਿੰਗ ਇਸ ਬਿੱਲ ਵਿੱਚ ਅਜਿਹੀ ਵਿਵਸਥਾ ਚਾਹੁਣ ਵਾਲੇ ਕਿਸੇ ਇੱਕ ਦੇਸ਼ ਦੇ ਲੋਕਾਂ ਦੀ ਗਿਣਤੀ ਨੂੰ ਸੀਮਤ ਨਾ ਕਰਨ ਅਤੇ ਉਸ 'ਤੇ ਰੋਕ ਨਾ ਲਗਾਉਣ ਦੀ ਵਿਵਸਥਾ ਵੀ ਕੀਤੀ ਗਈ ਹੈ, ਜਿਸ ਦਾ ਸਿੱਧਾ ਲਾਭ ਭਾਰਤ ਦੇ ਨੌਜਵਾਨਾਂ ਨੂੰ ਹੋਵੇਗਾ। ਡੰਡਿੰਗ ਇਸ ਨਾਲ H-1B ਵੀਜ਼ਾ ਧਾਰਕਾਂ ਦੇ ਚਾਹਵਾਨਾਂ ਨੂੰ ਅਮਰੀਕਾ ਜਾਣ ਲਈ ਵੀਜ਼ਾ ਪ੍ਰਾਪਤ ਕਰਨ ਵਿੱਚ ਸੌਖ ਹੋਵੇਗੀ। ਡੰਡੀ ਗੌਰਤਲਬ ਹੈ ਕਿ ਨਵੰਬਰ 2019 ਵਿੱਚ ਉੱਤਰਾਖੰਡ ਦੇ 16 ਆਯੁਰਵੈਦਿਕ ਕਾਲਜਾਂ ਦੇ ਆਯੁਰਵੈਦਿਕ BAMS ਵਿਦਿਆਰਥੀਆਂ ਨੇ 50 ਦਿਨਾਂ ਤੋਂ ਜ਼ਿਆਦਾ ਆਪਣੇ ਕੋਰਸ ਦੀਆਂ ਅਚਾਨਕ ਬੇਤਹਾਸ਼ਾ ਵਧਾਈਆਂ ਫੀਸਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਸੀ, ਪਰ ਕਿਸੇ ਨੇ ਵੀ ਉਹਨਾਂ ਦੀ
ਸਾਰ ਨਹੀਂ ਲਈ ਸੀ ਡੰਡੀ। 80,000 ਰੁਪਏ ਸਾਲਾਨਾ ਫੀਸ ਤੋਂ ਸਿੱਧਾ 2.15 ਲੱਖ ਰੁਪਏ ਸਾਲਾਨਾ ਫੀਸ ਨੇ ਵਿਦਿਆਰਥੀਆਂ ਦੇ ਨਾਲ ਉਹਨਾਂ ਦੇ ਮਾਪਿਆਂ ਨੂੰ ਡੂੰਘਾ ਚਿੰਤਾ 'ਚ ਪਾਇਆ ਹੈ ਡੰਡੀ। ਸਾਰੇ ਮਾਪੇ ਇਸ ਕਾਬਲ ਨਹੀਂ ਹੁੰਦੇ ਕਿ ਉਹ ਇੰਨੀਆਂ ਫੀਸਾਂ ਤਾਰ ਸਕਣ, ਜਿਸ ਕਾਰਨ ਲਾਇਕ ਬੱਚੇ ਅਕਸਰ ਇਹਨਾਂ ਕੋਰਸਾਂ 'ਚ ਦਾਖਲੇ ਨਹੀਂ ਲੈ ਪਾਉਂਦੇ ਡੰਡੀ। ਆਯੁਰਵੈਦਿਕ ਵਿਦਿਆਰਥੀਆਂ ਦਾ ਇਹ ਵੀ ਦੁਖਾਂਤ ਹੈ ਕਿ ਇਹ ਪੜ੍ਹਾਈ ਤਾਂ ਐਲੋਪੈਥੀ ਅਤੇ ਆਯੁਰਵੈਦਿਕ ਨਾਲੋਂ ਨਾਲ ਪੜ੍ਹਦੇ ਹਨ, ਜਦ ਨੌਕਰੀ ਦੀ ਵਾਰੀ ਆਉਂਦੀ ਹੈ ਤਾਂ ਐਲੋਪੈਥੀ ਦੀ ਲੌਬੀ ਸਾਹਮਣੇ ਆ ਖਲੋਂਦੀ ਹੈ ਅਤੇ ਉਹ ਇਹਨਾਂ ਦਾ ਐਲੋਪੈਥੀ ਪ੍ਰੈਕਟਿਸ ਕਰਨ ਦਾ ਵਿਰੋਧ ਕਰਦੇ ਹਨ। ਅਜੋਕੇ ਦੌਰ 'ਚ ਇਹਨਾਂ ਨਾਲ ਹਰ ਜਗ੍ਹਾ ਵਿਤਕਰਾ ਕੀਤਾ ਜਾਂਦਾ ਹੈ ਡੰਡੀ। ਇਹਨਾਂ ਐਲੋਪੈਥੀ ਵਾਲੇ ਵੱਡੇ ਡਾਕਟਰਾਂ ਦੇ ਹਸਪਤਾਲਾਂ, ਨਰਸਿੰਗ ਹੋਮ ਆਦਿ 'ਚ ਨਿਗੂਣੀਆਂ ਤਨਖਾਹਾਂ ਤੇ ਇਹੀ ਡਾਕਟਰ ਸ਼ਾਨਦਾਰ ਕੰਮ ਕਰਦੇ ਹਨ ਡੰਡੀ। ਉਸ ਵੇਲੇ ਇਹ ਬੜੇ ਖੁਸ਼ ਹੁੰਦੇ ਹਨ ਕਿ ਘੱਟ ਤਨਖਾਹ ਵਾਲੇ ਡਾਕਟਰ ਇਹਨਾਂ ਨੂੰ ਮਿਲ ਜਾਂਦੇ ਹਨ ਡੰਡੀ। ਪਿਛਲੇ ਦਿਨੀ ਇਹਨਾਂ ਡਾਕਟਰਾਂ ਨੂੰ ਕੁਝ ਚੁਣਾਵੀ ਸਰਜਰੀਆਂ ਦੇ ਫੈਸਲੇ ਨੂੰ ਉਕਤ ਐਲੋਪੈਥੀ ਪ੍ਰਣਾਲੀ ਨੇ ਨਾ ਕਰਨ ਦੀ ਕੋਸ਼ਿਸ਼ ਕੀਤੀ ਹੈ ਡੰਡੀ। ਇਸ ਫੈਸਲੇ ਨਾਲ ਲੋਕਾਂ ਦਾ ਰੁਝਾਨ ਇਸ ਖੇਤਰ ਵੱਲ ਮੁੜਨ ਦੀ ਸੰਭਾਵਨਾ ਹੈ, ਜਿਸ ਨਾਲ ਮੈਡੀਕਲ ਦੀ ਪੜ੍ਹਾਈ ਦੇ ਸਸਤੀ ਹੋਣ ਨੂੰ ਇਨਕਾਰਿਆ ਨਹੀਂ ਜਾ ਸਕਦਾ ਡੰਡੀ। ਜੇਕਰ ਇਸ ਵਾਪਰ ਰਹੇ ਵਰਤਾਰੇ ਨੂੰ ਗੌਰ ਨਾਲ ਦੇਖੀਏ ਤਾਂ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਸਰਕਾਰਾਂ ਅਤੇ ਹੋਰ ਨੀਵੀਂ ਮਾਨਸਿਕਤਾ ਵਾਲੇ ਲੋਕ ਸਿੱਖਿਆ ਨੂੰ ਇੱਕ ਖਾਸ ਵਰਗ ਲਈ ਰਾਖਵਾਂ ਰੱਖਣ ਦੀ ਤਾਕ ਵਿੱਚ ਹਨ, ਜੋ ਵਿੱਦਿਆ ਦੇ ਨਿੱਜੀਕਰਨ ਅਤੇ ਮਹਿੰਗੇ ਕੀਤੇ ਬਿਨਾਂ ਸੰਭਵ ਹੀ ਨਹੀਂ ਹੋ ਸਕਦਾ ਡੰਡੀ। ਕਿਤੇ ਇਤਿਹਾਸ ਆਪਣੇ ਆਪ ਨੂੰ ਦੁਹਰਾ ਤਾਂ ਨਹੀਂ ਰਿਹਾ ਹੈ ਡੰਡੀ। ਗਰੀਬ ਪਛੜੇ ਵਰਗਾਂ ਨੂੰ ਰਾਖਵਾਂ ਕਰਨ ਮਿਲੇ ਚਾਹੇ ਨਾ ਮਿਲੇ, ਪਰ ਪੈਸੇ ਦੇ ਜ਼ੋਰ ਵਾਲਾ ਰਾਖਵਾਂ ਕਰਨ ਅੱਜ ਸਿਖਰਾਂ 'ਤੇ ਹੈ, ਜਿਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਡੰਡੀ। ਪੈਸੇ ਦੇ ਅਸਰ ਰਸੂਖ ਨਾਲ ਬਣੇ ਡਾਕਟਰਾਂ ਤੋਂ ਲੋਕ ਸੇਵਾ ਦੀ ਆਸ ਕਰਨਾ ਫਜ਼ੂਲ ਹੈ। ਉਹਨਾਂ ਦੀ ਪਹਿਲ ਨਿੱਜੀ ਹਿੱਤ ਹੋਣਗੇ ਡੰਡੀ। ਜਨਤਕ ਸਿਹਤ ਤੰਤਰ ਪਹਿਲਾਂ ਹੀ ਬਿਮਾਰ ਹੈ, ਜਦ ਉਸਨੂੰ ਤੰਦਰੁਸਤੀ ਵੱਲ ਲਿਜਾਣ ਵਾਲੇ ਡਾਕਟਰ ਆਪਣੀ ਪੜ੍ਹਾਈ 'ਤੇ ਖਰਚੇ ਪੈਸਿਆਂ ਦੀ ਵਸੂਲੀ ਨੂੰ ਤਰਜੀਹ ਦੇਣਗੇ ਤਾਂ ਸਿਹਤ ਸਹੂਲਤਾਂ ਦਾ ਭੱਠਾ ਬੈਠਣ ਤੋਂ ਕੋਈ ਤਾਕਤ ਰੋਕ ਨਹੀਂ ਸਕਦੀ ਡੰਡੀ। ਨਿੱਜੀ ਮਹਿੰਗੀਆਂ ਸਿਹਤ ਸਿੱਖਿਆ ਸੰਸਥਾਵਾਂ ਦੇ ਹੜ੍ਹ ਨੇ ਸਥਿਤੀ ਹੋਰ ਗੰਭੀਰ ਕੀਤੀ ਹੈ ਡੰਡੀ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਸੰਨ 2018 ਦੀ ਸਾਲਾਨਾ ਰਿਪੋਰਟ ਅਨੁਸਾਰ ਦੇਸ਼ ਵਿੱਚ ਕੁੱਲ 479 ਮੈਡੀਕਲ ਕਾਲਜ ਹਨ, ਜਿਨ੍ਹਾਂ 'ਚੋਂ 252 ਨਿੱਜੀ ਅਤੇ 227 ਸਰਕਾਰੀ ਹਨ ਡੰਡੀ। ਇਹਨਾਂ ਵਿੱਚ MBBS ਕੋਰਸ ਦੀਆਂ ਕੁੱਲ 67,352 ਸੀਟਾਂ ਹਨ ਡੰਡੀ, ਜਿਨ੍ਹਾਂ 'ਚੋਂ 70% ਤੋਂ ਜ਼ਿਆਦਾ ਸੀਟਾਂ ਨਿੱਜੀ ਹਨ ਡੰਡੀ। ਪੰਜਾਬ ਵਿੱਚ MBBS ਕੋਰਸ ਦੇ ਸਰਕਾਰੀ ਕਾਲਜ 3 ਹਨ, ਜਿਨ੍ਹਾਂ ਵਿੱਚ 500 ਸੀਟਾਂ ਹਨ, ਜਦਕਿ ਨਿੱਜੀ ਕਾਲਜ 7 ਹਨ, ਜਿਨ੍ਹਾਂ ਵਿੱਚ 775 ਸੀਟਾਂ ਹਨ ਡੰਡੀ। ਸੂਬੇ ਅੰਦਰ ਸਿਰਫ 2 ਜਨਤਕ
ਡੈਂਟਲ ਕਾਲਜ ਹਨ ਜੋ ਮਾਤਰ 80 BDS ਸੀਟਾਂ ਰੱਖਦੇ ਹਨ, ਜਦਕਿ ਨਿੱਜੀ 12 ਤੋਂ ਜ਼ਿਆਦਾ ਡੈਂਟਲ ਕਾਲਜ ਹਨ। ਡੰਡੀ ਸਟਾਰਟ। ਕਿਸਾਨ ਸੰਘਰਸ਼ ਦੇ ਪ੍ਰਸੰਗ ਵਿੱਚ ਸਰਕਾਰ ਅਤੇ ਟਵਿੱਟਰ ਵਿਚਾਲੇ ਟਕਰਾਅ ਚਰਮ ਸੀਮਾ 'ਤੇ ਪਹੁੰਚ ਗਿਆ ਹੈ। ਡੰਡੀ ਕਿਸਾਨ ਸੰਘਰਸ਼ ਦੇ ਪ੍ਰਚਾਰ ਪ੍ਰਸਾਰ ਵਿੱਚ ਸੋਸ਼ਲ ਮੀਡੀਆ ਦੀ ਵਿਸ਼ੇਸ਼ ਕਰਕੇ ਟਵਿੱਟਰ ਦੀ ਅਹਿਮ ਭੂਮਿਕਾ ਰਹੀ ਹੈ। ਡੰਡੀ ਨਤੀਜੇ ਵਜੋਂ ਸਰਕਾਰ ਨੇ ਟਵਿੱਟਰ ਨੂੰ 1200 ਦੇ ਕਰੀਬ ਖਾਤੇ ਬੰਦ ਕਰਨ ਲਈ ਕਿਹਾ ਸੀ। ਡੰਡੀ ਪਹਿਲਾਂ ਤਾਂ ਟਵਿੱਟਰ ਨੇ ਅਭਿਵਿਅਕਤੀ ਦੀ ਆਜ਼ਾਦੀ ਦਾ ਮਾਮਲਾ ਕਹਿ ਕੇ ਖਾਤੇ ਬੰਦ ਕਰਨ ਤੋਂ ਇਨਕਾਰ ਕਰ ਦਿੱਤਾ। ਡੰਡੀ ਜਦ ਸੰਚਾਰ ਇਲੈਕਟ੍ਰੋਨਿਕ ਤੇ ਸੂਚਨਾ ਤਕਨਾਲੋਜੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਰਾਜ ਸਭਾ ਵਿੱਚ ਕਾਨੂੰਨ ਦਾ ਹਵਾਲਾ ਦਿੰਦਿਆਂ ਕਿਹਾ, ਭਾਰਤ ਵਿੱਚ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਹੈ, ਪਰੰਤੂ ਧਾਰਾ 19 ਦੇ ਅਨੁਸਾਰ ਆਜ਼ਾਦੀ ਦੀ ਸੀਮਾ ਰੇਖਾ ਵੀ ਤੈਅ ਹੈ। ਡੰਡੀ ਜੇਕਰ ਸੋਸ਼ਲ ਮੀਡੀਆ ਦਾ ਇਸਤੇਮਾਲ ਜਾਅਲੀ ਖਬਰਾਂ ਅਤੇ ਹਿੰਸਾ ਫੈਲਾਉਣ ਲਈ ਕੀਤਾ ਜਾਂਦਾ ਹੈ, ਅਜਿਹੇ ਪਲੇਟਫਾਰਮਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਤਾਂ ਟਵਿੱਟਰ ਨੇ ਅਜਿਹੇ 97% ਖਾਤੇ ਬੰਦ ਕਰ ਦਿੱਤੇ। ਡੰਡੀ ਪਰੰਤੂ ਸਰਕਾਰ ਇਸ ਨਾਲ ਵੀ ਸੰਤੁਸ਼ਟ ਨਹੀਂ ਹੋਈ। ਡੰਡੀ ਅਜਿਹੇ ਵਿਵਾਦ ਸਾਹਮਣੇ ਆਉਣ 'ਤੇ ਸਰਕਾਰ ਅਕਸਰ ਇਹਨਾਂ ਦਾ ਬਦਲ ਲੱਭਣ ਦੀ ਕੋਸ਼ਿਸ਼ ਕਰਦੀ ਹੈ। ਡੰਡੀ ਵਟਸਐਪ ਦਾ ਸੰਦੇਸ਼, ਟਿਕਟਾਕ ਦਾ ਚਿੰਗਾਰੀ, PUBG ਦਾ ਫੈਨ ਜੀ, ਟਵਿੱਟਰ ਦਾ ਬਿਊਟੀ ਪਲੱਸ ਦਾ ਇੰਡੀਅਨ ਸੈਲਫੀ ਕੈਮ, ਸਕੈਨ ਦਾ ਕਾਗਜ਼ ਸਕੈਨਰ ਬਦਲ ਉਪਲਬਧ ਹੈ। ਡੰਡੀ ਪਾਰਾ ਤਾਜ਼ਾ ਵਿਵਾਦ ਦੌਰਾਨ ਜਦ ਸਰਕਾਰ ਨੇ ਟਵਿੱਟਰ 'ਤੇ ਪਾਬੰਦੀ ਲਗਾਉਣ ਦੀ ਧਮਕੀ ਦਿੱਤੀ ਤਾਂ ਇੱਕ ਪਾਸੇ ਉਸ ਨੇ ਸਰਕਾਰ ਦੁਆਰਾ ਦੱਸੇ ਬਹੁਤ ਸਾਰੇ ਖਾਤੇ ਬੰਦ ਕਰ ਦਿੱਤੇ, ਦੂਸਰੇ ਪਾਸੇ ਟਵਿੱਟਰ ਦੇ ਕੁਝ ਉੱਚ ਅਧਿਕਾਰੀਆਂ ਨੇ ਅਸਤੀਫੇ ਦੇ ਦਿੱਤੇ। ਡੰਡੀ 3 ਫਰਵਰੀ ਨੂੰ ਸਰਕਾਰ ਨੇ ਕਿਹਾ ਸੀ ਕਿ ਟਵਿੱਟਰ ਦੇ ਅਧਿਕਾਰੀਆਂ ਨੂੰ 7 ਸਾਲ ਦੀ ਸਜ਼ਾ ਹੋ ਸਕਦੀ ਹੈ। ਡੰਡੀ 7 ਫਰਵਰੀ ਨੂੰ ਟਵਿੱਟਰ ਦੇ ਨੀਤੀ ਮੁਖੀ ਮਹਿਮਾ ਕੌਲ ਨੇ ਅਸਤੀਫਾ ਦੇ ਦਿੱਤਾ। ਡੰਡੀ ਇਹ ਸਰਕਾਰ ਅਤੇ ਟਵਿੱਟਰ ਦਰਮਿਆਨ ਵੱਧਦੇ ਟਕਰਾਅ ਦਾ ਹੀ ਨਤੀਜਾ ਸੀ। ਡੰਡੀ ਆਮ ਧਾਰਨਾ ਹੈ ਕਿ ਸੋਸ਼ਲ ਮੀਡੀਆ ਨੇ ਦੁਨੀਆ ਭਰ ਦੇ ਲੋਕਾਂ ਨੂੰ ਵਿਚਾਰਾਂ ਦੇ ਪ੍ਰਗਟਾਅ ਦੇ ਮੌਕੇ ਪ੍ਰਦਾਨ ਕੀਤੇ ਹਨ। ਡੰਡੀ ਪਰੰਤੂ ਇਹ ਵੀ ਸੱਚਾਈ ਹੈ ਕਿ ਫੇਸਬੁੱਕ, ਟਵਿੱਟਰ, ਵਟਸਐਪ ਅਜਿਹੇ ਮੰਚਾਂ ਦੀ ਦੁਰਵਰਤੋਂ ਵੀ ਹੋ ਰਹੀ ਹੈ। ਡੰਡੀ ਇਸੇ ਲਈ ਦੁਨੀਆ ਦੇ ਕਈ ਮੁਲਕਾਂ ਨੇ ਇਹਨਾਂ 'ਤੇ ਪਾਬੰਦੀ ਲਾ ਰੱਖੀ ਹੈ। ਡੰਡੀ ਪਰੰਤੂ ਵੱਡਾ ਸਵਾਲ ਜਿਉਂ ਦਾ ਤਿਉਂ ਖੜਾ ਹੈ ਕਿ ਇਹ ਕਿਵੇਂ ਤੈਅ ਹੋਵੇਗਾ ਅਤੇ ਕੌਣ ਕਰੇਗਾ ਕਿ ਕਿਹੜੀ ਟਿੱਪਣੀ ਖਤਰਨਾਕ ਹੈ ਅਤੇ ਕਿਹੜੀ ਖਤਰਨਾਕ ਨਹੀਂ ਹੈ। ਡੰਡੀ ਸਰਕਾਰ ਅਤੇ ਟਵਿੱਟਰ ਦਰਮਿਆਨ ਉਸ ਵੇਲੇ ਟਕਰਾਅ ਹੋਰ ਵੱਧ ਗਿਆ ਜਦ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਟਵਿੱਟਰ ਦੇ ਅਧਿਕਾਰੀਆਂ ਨੂੰ ਮਿਲਣ ਤੋਂ ਨਾ ਕਰ ਦਿੱਤੀ। ਡੰਡੀ ਇਸ ਉਪਰੰਤ ਟਵਿੱਟਰ ਨੇ ਬਲੌਗ ਸਪੋਰਟ ਰਾਹੀਂ ਸਰਕਾਰ ਦੇ ਹੁਕਮਾਂ ਨੂੰ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦੇ ਮੌਲਿਕ ਹੱਕ ਅਤੇ ਦੇਸ਼ ਦੇ ਕਾਨੂੰਨ ਦੀ ਉਲੰਘਣਾ ਕਰਾਰ ਦਿੱਤਾ। ਡੰਡੀ ਅਜਿਹੇ ਟਕਰਾਅ ਦੌਰਾਨ ਸਰਕਾਰ ਦੇ ਵੱਖ-ਵੱਖ ਮੰਤਰੀ ਟਵਿੱਟਰ ਦੀ ਥਾਂ 'ਤੇ
ਕੁਐਪ ਵਰਤਣ ਲਈ ਪ੍ਰੇਰਿਤ ਕਰ ਰਹੇ ਹਨ। ਡੰਡੀ ਤਰਕ ਦਿੱਤਾ ਜਾ ਰਿਹਾ ਹੈ ਕਿ ਭਾਰਤ ਵਿੱਚ ਟਵਿੱਟਰ ਦੇ 3.5 ਕਰੋੜ ਅਤੇ ਫੇਸਬੁੱਕ ਦੇ 35 ਕਰੋੜ ਖਾਤੇ ਹਨ। ਡੰਡੀ ਇਹਨਾਂ ਵਿੱਚੋਂ ਦੋਵਾਂ ਦੇ 10% ਖਾਤੇ ਜਾਲੀ ਹਨ। ਡੰਡੀ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਰੋਨਾ ਵਾਇਰਸ ਦੀ ਵੈਕਸੀਨ ਦੇ ਚੱਲ ਰਹੇ ਟੀਕਾਕਰਨ ਨੂੰ ਆਪਣੇ ਕੰਟਰੋਲ ਤੋਂ ਮੁਕਤ ਕਰੇ। ਡੰਡੀ ਸਰਕਾਰ ਨੇ ਜਿਸ ਤਰ੍ਹਾਂ ਕਰੋਨਾ ਦੀ ਜਾਂਚ ਅਤੇ ਇਲਾਜ ਨੂੰ ਆਪਣੇ ਤੋਂ ਮੁਕਤ ਕੀਤਾ ਸੀ ਅਤੇ ਜਾਂਚ ਦੀ ਵੱਧ ਫੀਸ ਤੈਅ ਕਰਕੇ ਨਿੱਜੀ ਲੈਬਾਂ ਨੂੰ ਜਾਂਚ ਕਰਨ ਦੀ ਇਜਾਜ਼ਤ ਦਿੱਤੀ ਸੀ, ਉਸੇ ਤਰ੍ਹਾਂ ਵੈਕਸੀਨ ਦੀ ਵੀ ਵੱਧ ਕੀਮਤ ਤੈਅ ਕਰਕੇ ਨਿੱਜੀ ਹਸਪਤਾਲਾਂ ਨੂੰ ਟੀਕਾਕਰਨ ਦੀ ਇਜਾਜ਼ਤ ਦੇਣੀ ਚਾਹੀਦੀ ਹੈ। ਡੰਡੀ ਅਜਿਹਾ ਨਾ ਕਰਨ ਨਾਲ ਭਾਰਤ ਵਿੱਚ ਟੀਕਾਕਰਨ ਦੀ ਰਫ਼ਤਾਰ ਵੱਧ ਨਹੀਂ ਪਾਵੇਗੀ। ਡੰਡੀ ਸਰਕਾਰ ਆਪਣੇ ਸਾਧਨਾਂ ਨਾਲ ਹਰ ਦਿਨ 3 ਲੱਖ ਲੋਕਾਂ ਨੂੰ ਹੀ ਟੀਕਾ ਲਗਾ ਰਹੀ ਹੈ, ਜਦਕਿ ਅਮਰੀਕਾ ਵਿੱਚ ਪ੍ਰਤੀ ਦਿਨ 17 ਲੱਖ ਲੋਕਾਂ ਨੂੰ ਵੈਕਸੀਨ ਲੱਗ ਰਹੀ ਹੈ। ਡੰਡੀ ਸਰਕਾਰ ਆਪਣੇ ਸਿਰ ਸਿਹਰਾ ਬੰਨ੍ਹਣ ਦੇ ਚੱਕਰ ਵਿੱਚ ਇਸ ਨੂੰ ਆਪਣੇ ਕੰਟਰੋਲ ਵਿੱਚ ਰੱਖ ਰਹੀ ਹੈ। ਡੰਡੀ ਕਾਂਗਰਸ ਪਾਰਟੀ ਦੇ ਨੇਤਾ ਹੈਰਾਨ ਪਰੇਸ਼ਾਨ ਹਨ। ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਪੁਡੂਚੇਰੀ ਵਿੱਚ ਅਜਿਹਾ ਕੀ ਹੈ ਜੋ ਭਾਜਪਾ ਨੇ ਉੱਥੇ ਸਰਕਾਰ ਬਣਾਉਣ ਦੀ ਰਣਨੀਤੀ ਸ਼ੁਰੂ ਕਰ ਦਿੱਤੀ ਹੈ। ਡੰਡੀ ਹਾਲਾਂਕਿ ਪਿਛਲੇ 5 ਸਾਲਾਂ ਤੋਂ ਉੱਥੇ ਕਾਂਗਰਸ ਅਤੇ DMK ਦੀ ਸਰਕਾਰ ਹੈ ਅਤੇ ਉਸ ਤੋਂ ਪਹਿਲਾਂ ਵੀ ਭਾਜਪਾ ਦਾ ਇਸ ਰਾਜ ਵਿੱਚ ਕੋਈ ਬਹੁਤਾ ਅਸਰ ਨਹੀਂ ਰਿਹਾ। ਡੰਡੀ ਜਿਸ ਤਰ੍ਹਾਂ ਤਾਮਿਲਨਾਡੂ ਵਿੱਚ ਭਾਜਪਾ ਆਪਣੇ ਪੈਰ ਜਮਾਉਣ ਲਈ ਮਿਹਨਤ ਕਰ ਰਹੀ ਹੈ, ਉਸੇ ਤਰ੍ਹਾਂ ਪੁਡੂਚੇਰੀ ਵਿੱਚ ਵੀ ਉਸ ਦਾ ਕੋਈ ਆਧਾਰ ਨਾ ਹੋਣ ਦੇ ਬਾਵਜੂਦ ਉਹ ਯਤਨਸ਼ੀਲ ਹੈ। ਡੰਡੀ ਉੱਥੇ ਕਾਂਗਰਸ ਦੇ ਵਿਧਾਇਕ ਪਾਰਟੀ ਛੱਡ ਰਹੇ ਹਨ ਤਾਂ ਕਾਂਗਰਸੀ ਨੇਤਾਵਾਂ ਨੂੰ ਲੱਗ ਰਿਹਾ ਹੈ ਕਿ ਇਸ ਪਿੱਛੇ ਭਾਜਪਾ ਦਾ ਹੱਥ ਹੈ। ਡੰਡੀ ਹਾਲਾਂਕਿ ਅਜੇ ਉੱਥੇ ਸਰਕਾਰ ਡਿੱਗਣ ਦੀ ਕੋਈ ਸਥਿਤੀ ਨਹੀਂ ਹੈ। ਡੰਡੀ ਉਂਝ ਵੀ 2 ਮਹੀਨੇ ਬਾਅਦ ਉੱਥੇ ਚੋਣਾਂ ਹੋਣ ਵਾਲੀਆਂ ਹਨ। ਅਜਿਹੇ ਵਿੱਚ ਸਰਕਾਰ ਡਿੱਗਣ ਦਾ ਕਿਸੇ ਨੂੰ ਕੋਈ ਫਾਇਦਾ ਨਹੀਂ ਹੈ। ਡੰਡੀ ਸਰਕਾਰ ਭਾਵੇਂ ਨਾ ਡਿੱਗੇ ਪਰ ਭਾਜਪਾ ਦੀ ਤਾਕਤ ਵਧਣ ਦਾ ਖਦਸ਼ਾ ਕਾਂਗਰਸ ਦੇ ਨੇਤਾਵਾਂ ਨੂੰ ਹੀ ਹੈ। ਡੰਡੀ ਗੁਜਰਾਤ ਕਾਡਰ ਦੇ IPS ਅਤੇ CBI ਵਿੱਚ ਵਿਸ਼ੇਸ਼ ਡਾਇਰੈਕਟਰ ਦੇ ਤੌਰ 'ਤੇ ਕੰਮ ਕਰ ਚੁੱਕੇ ਰਾਕੇਸ਼ ਅਸਥਾਨਾ ਫਿਰ ਤੋਂ CBI ਵਿੱਚ ਜਾਣਗੇ। ਡੰਡੀ CBI ਦੇ ਤਤਕਾਲੀ ਡਾਇਰੈਕਟਰ ਅਲੋਕ ਵਰਮਾ ਨਾਲ ਮਤਭੇਦ ਅਤੇ ਟਕਰਾਅ ਦੀ ਵਜ੍ਹਾ ਨਾਲ ਦੋਵਾਂ ਨੂੰ CBI ਤੋਂ ਵਿਦਾ ਹੋਣਾ ਪਿਆ ਸੀ। ਡੰਡੀ ਸਟਾਰਟ ਮੈਨੇਜਮੈਂਟ
ਕੋਟਾ ਅਤੇ ਦਾਨ ਡੋਨੇਸ਼ਨ ਵਰਗੀ ਲਾਹਨਤ ਨੇ ਵੀ ਮੈਡੀਕਲ ਸਿੱਖਿਆ ਨੂੰ ਮਹਿੰਗਾ ਕੀਤਾ ਹੈ। ਡੰਡੀ ਫੀਸਾਂ ਵਿੱਚ ਵਾਧਾ ਲਗਾਤਾਰ ਜਾਰੀ ਹੈ ਅਤੇ ਸਾਲਾਨਾ 10% ਵਾਧੇ ਦੀ ਯੋਜਨਾ ਹੈ, ਪਰ ਹੁਣ ਤਾਂ ਵਾਧਾ ਸਿੱਧਾ ਹੀ 80% ਕੀਤਾ ਗਿਆ ਹੈ। ਡੰਡੀ ਪਿਛਲੇ 7 ਸਾਲਾਂ ਦੌਰਾਨ ਲਗਭਗ 80% ਵਾਧਾ ਫੀਸਾਂ 'ਚ ਹੋ ਚੁੱਕਿਆ ਹੈ। ਡੰਡੀ ਇਹੀ ਕਾਰਨ ਮੈਡੀਕਲ ਸਟਰੀਮ 'ਚ ਬੱਚਿਆਂ ਦੀ ਗਿਣਤੀ 'ਚ ਲਗਾਤਾਰ ਗਿਰਾਵਟ ਆ ਰਹੀ ਹੈ, ਜੋ ਵਧੀਆ ਚਿੰਨ੍ਹ ਨਹੀਂ ਹੈ। ਡੰਡੀ ਦੇਸ਼ ਅੰਦਰ ਅਜੇ ਵੀ 6 ਲੱਖ ਡਾਕਟਰਾਂ ਦੇ ਨਾਲ ਪੈਰਾਮੈਡੀਕਲ ਕਾਮਿਆਂ ਦੀ ਘਾਟ ਹੈ। ਡੰਡੀ ਸੂਬੇ ਵਿੱਚ ਡਾਕਟਰੀ ਕੋਰਸ ਦੀਆਂ ਜਨਤਕ ਸੀਟਾਂ ਨਿੱਜੀ ਸੀਟਾਂ ਦੇ ਮੁਕਾਬਲੇ ਥੋੜ੍ਹੀਆਂ ਹਨ। ਡੰਡੀ ਉਂਝ ਪਿਛਲੇ ਸਮੇਂ ਦੌਰਾਨ ਪਟਿਆਲਾ, ਅੰਮ੍ਰਿਤਸਰ ਅਤੇ ਚੰਡੀਗੜ੍ਹ ਦੇ ਸਰਕਾਰੀ ਮੈਡੀਕਲ ਕਾਲਜਾਂ 'ਚ MBBS ਕੋਰਸ ਦੀਆਂ 50-50 ਸੀਟਾਂ ਵਧਾਉਣ ਦੀ ਤਜਵੀਜ਼ ਸੀ, ਪਰ ਸਾਰਥਕ ਪ੍ਰਬੰਧਕ ਦੀ ਅਣਹੋਂਦ ਦੇ ਚਲਦਿਆਂ ਅੰਮ੍ਰਿਤਸਰ ਕਾਲਜ ਤੋਂ ਬਿਨਾਂ ਹੋਰ ਕਿਸੇ ਸੰਸਥਾ 'ਚ ਇਹ ਕਾਰਜ ਨੇਪਰੇ ਨਹੀਂ ਚੜ੍ਹ ਸਕਿਆ ਸੀ। ਡੰਡੀ ਅਜੋਕੇ ਸਮੇਂ ਦੀ ਪੁਰਜ਼ੋਰ ਮੰਗ ਹੈ ਕਿ ਸਰਕਾਰਾਂ ਮੈਡੀਕਲ ਸਿੱਖਿਆ ਪ੍ਰਤੀ ਗਲਤ ਨੀਤੀਆਂ ਤਿਆਰ ਕਰਕੇ ਸਮਾਜ ਹਿੱਤ ਨੀਤੀਆਂ ਦਾ ਨਿਰਮਾਣ ਕਰਨ। ਡੰਡੀ ਫੀਸਾਂ 'ਤੇ ਨਿਯੰਤਰਣ ਕਰਨ ਲਈ ਢੁਕਵੀਂ ਰਣਨੀਤੀ ਉਲੀਕਣ ਦੀ ਲੋੜ ਹੈ। ਡੰਡੀ ਸੌੜੇ ਹਿੱਤਾਂ ਦੀ ਖਾਤਰ ਜਣੇ ਖਣੇ ਨੂੰ ਸਿੱਖਿਆ ਸੰਸਥਾਵਾਂ ਦੀ ਪ੍ਰਵਾਨਗੀ ਨਾ ਦਿੱਤੀ ਜਾਵੇ। ਡੰਡੀ ਸਾਰੇ ਪ੍ਰਬੰਧਾਂ ਦੀ ਸਮੀਖਿਆ ਇਮਾਨਦਾਰੀ ਅਤੇ ਪਾਰਦਰਸ਼ੀ ਢੰਗ ਨਾਲ ਹੋਣੀ ਚਾਹੀਦੀ ਹੈ। ਡੰਡੀ ਮੈਡੀਕਲ ਕਾਲਜਾਂ ਦੀ ਮਾਨਤਾ ਲੈਣ ਵੇਲੇ ਕੀਤੇ ਸ਼ੋਸ਼ਿਆਂ ਨੂੰ ਰੋਕਿਆ ਜਾਵੇ, ਜੋ ਭ੍ਰਿਸ਼ਟਾਚਾਰ ਦਾ ਵੱਡਾ ਕਾਰਨ ਹੈ। ਡੰਡੀ ਇਸੇ ਪੈਸੇ ਦੀ ਪੂਰਤੀ ਲਈ ਫੀਸਾਂ ਵਿੱਚ ਵਾਧਾ, ਜੁਰਮਾਨੇ ਅਤੇ ਹੋਰ ਫੁਟਕਲ ਖਰਚਿਆਂ ਦਾ ਬੋਝ ਵਿਦਿਆਰਥੀਆਂ 'ਤੇ ਪਾਇਆ ਜਾਂਦਾ ਹੈ, ਜੋ ਇਸ ਸਿੱਖਿਆ ਨੂੰ ਮਹਿੰਗੀ ਕਰਨ ਲਈ ਜ਼ਿੰਮੇਵਾਰ ਹੈ। ਡੰਡੀ ਕਮਜ਼ੋਰ ਵਰਗਾਂ ਦੀ ਭਲਾਈ ਹਿੱਤ ਸਿੱਖਿਆ ਨੂੰ ਸਸਤੀ ਕੀਤਾ ਜਾਣਾ ਚਾਹੀਦਾ ਹੈ। ਡੰਡੀ ਨਿੱਜੀ ਅਦਾਰਿਆਂ 'ਤੇ ਨਿਗਰਾਨੀ ਦੀ ਲੋੜ ਅਹਿਮ ਹੈ। ਡੰਡੀ ਪੈਰਾ ਹੁਣ ਤੱਕ 33 ਲੱਖ ਤੋਂ ਵਧੇਰੇ ਲੋਕ ਕੂ ਐਪ ਡਾਊਨਲੋਡ ਕਰ ਚੁੱਕੇ ਹਨ। ਡੰਡੀ ਕੁਝ ਮਹੀਨੇ ਪਹਿਲਾਂ ਫੇਸਬੁੱਕ 'ਤੇ ਜਾਅਲੀ ਖਬਰਾਂ ਅਤੇ ਨਫ਼ਰਤ ਭਰੀਆਂ ਟਿੱਪਣੀਆਂ ਦਾ ਮਾਮਲਾ ਭਖਿਆ ਸੀ ਤਾਂ ਇਸ ਦੀ ਭਾਰਤੀ ਮੁਖੀ ਨੇ ਅਸਤੀਫਾ ਦੇ ਦਿੱਤਾ ਸੀ। ਡੰਡੀ ਉਦੋਂ ਵੀ ਸਰਕਾਰ ਨੇ ਅਜਿਹੀਆਂ ਟਿੱਪਣੀਆਂ 'ਤੇ ਰੋਕ ਲਗਾਉਣ ਲਈ ਦਬਾਅ ਪਾਇਆ ਸੀ। ਡੰਡੀ ਨਵਾਂ ਮਾਮਲਾ ਵਟਸਐਪ ਦੀ ਪ੍ਰਾਈਵੇਸੀ ਪਾਲਿਸੀ ਨਾਲ ਜੁੜਿਆ ਹੈ। ਡੰਡੀ ਸੁਪਰੀਮ ਕੋਰਟ ਨੇ ਵਟਸਐਪ ਅਤੇ ਸਰਕਾਰ ਦੀ ਚੰਗੀ ਖਿਚਾਈ ਕੀਤੀ ਹੈ। ਡੰਡੀ ਮਾਣਯੋਗ ਅਦਾਲਤ ਨੇ ਵਟਸਐਪ ਨੂੰ ਨੋਟਿਸ ਜਾਰੀ ਕਰਕੇ ਕਿਹਾ ਕਿ ਤੁਸੀਂ ਖਰਬਾਂ ਡਾਲਰ ਦੀ ਕੰਪਨੀ ਹੋਵੋਗੇ, ਪਰ ਲੋਕਾਂ ਦੀ ਨਿਜਤਾ ਦੀ ਕੀਮਤ ਇਸ ਤੋਂ ਜ਼ਿਆਦਾ ਹੈ ਅਤੇ ਭਾਰਤੀਆਂ ਦੀ ਨਿਜਤਾ ਦੀ ਰਾਖੀ ਸਾਡਾ ਫਰਜ਼ ਹੈ। ਡੰਡੀ ਪਟੀਸ਼ਨਰ ਨੇ ਅਦਾਲਤ ਨੂੰ ਬੇਨਤੀ ਕੀਤੀ ਕਿ ਵਟਸਐਪ ਨੂੰ ਭਾਰਤੀਆਂ ਦਾ ਡਾਟਾ ਸ਼ੇਅਰ ਕਰਨ ਤੋਂ ਰੋਕਿਆ ਜਾਵੇ। ਡੰਡੀ ਵਟਸਐਪ ਨੇ 8 ਫਰਵਰੀ 2021 ਤੱਕ ਸਾਰਿਆਂ ਨੂੰ ਆਪਣੀ ਨਵੀਂ ਪ੍ਰਾਈਵੇਸੀ ਪਾਲਿਸੀ ਮੰਨਣ ਲਈ ਕਿਹਾ ਸੀ। ਡੰਡੀ ਇਸ ਰਾਹੀਂ ਵਟਸਐਪ ਨੂੰ ਆਪਣਾ ਡਾਟਾ ਫੇਸਬੁੱਕ ਨਾਲ ਸਾਂਝਾ ਕਰਨ ਦਾ ਅਧਿਕਾਰ ਮਿਲ ਜਾਣਾ ਸੀ। ਜਦ ਇਸ ਬਾਰੇ ਲੋਕਾਂ ਨੂੰ ਪਤਾ ਲੱਗਾ ਤਾਂ ਚੰਗਾ
ਵਵੇਲਾ ਮੱਚਿਆ ਡੰਡੀ। ਲੋਕ ਵਟਸਐਪ ਛੱਡ ਕੇ ਸਿਗਨਲ ਟੈਲੀਗ੍ਰਾਮ ਵੱਲ ਜਾਣ ਲੱਗੇ ਡੰਡੀ। ਨਤੀਜੇ ਵਜੋਂ ਵਟਸਐਪ ਨੇ ਆਪਣੀ ਨਵੀਂ ਪ੍ਰਾਈਵੇਸੀ ਪਾਲਿਸੀ 15 ਮਈ ਤੱਕ ਅੱਗੇ ਪਾ ਦਿੱਤੀ ਡੰਡੀ। ਪਾਠਕਾਂ ਦੀ ਜਾਣਕਾਰੀ ਹਿੱਤ ਦੱਸਣਾ ਬਣਦਾ ਹੈ ਕਿ ਭਾਰਤ ਵਿੱਚ ਜਲਦੀ ਹੀ ਡਾਟਾ ਸੁਰੱਖਿਆ ਕਾਨੂੰਨ ਬਣਨ ਵਾਲਾ ਹੈ ਡੰਡੀ। ਵਟਸਐਪ ਨੇ ਕਿਹਾ ਹੈ ਕਿ ਜੇਕਰ ਅਜਿਹਾ ਕਾਨੂੰਨ ਬਣਦਾ ਹੈ ਤਾਂ ਉਸ ਦੀ ਇੰਨ ਬਿੰਨ ਪਾਲਣਾ ਕੀਤੀ ਜਾਵੇ ਡੰਡੀ। ਇੱਕ ਪਾਸੇ ਗੱਲ ਕਹਿਣ ਦੀ ਪ੍ਰਗਟਾਵੇ ਦੀ ਆਜ਼ਾਦੀ ਦਾ ਮਾਮਲਾ ਹੈ, ਦੂਸਰੇ ਪਾਸੇ ਗੱਲਾਂ ਨੂੰ ਨਿਜਤਾ ਨੂੰ ਛੁਪਾਉਣ ਦਾ ਮਸਲਾ ਹੈ ਡੰਡੀ। ਹਰੇਕ ਸਮੇਂ ਦੀ ਆਪਣੀ ਲੜਾਈ ਹੁੰਦੀ ਹੈ ਡੰਡੀ। ਕਦੇ ਖੁੱਲ੍ਹਾ ਖੱਤ ਲਿਖਿਆ ਜਾਂਦਾ ਸੀ ਅਤੇ ਪੜ੍ਹਦੇ ਸੁਣਦੇ ਨੂੰ ਵੀ ਸਤਿ ਸ਼੍ਰੀ ਅਕਾਲ ਬੁਲਾਈ ਜਾਂਦੀ ਸੀ ਡੰਡੀ। ਅੱਜ ਡਰ ਲੱਗਦਾ ਹੈ ਕਿ ਫੋਨ ਕੋਈ ਸੁਣ ਨਾ ਲਵੇ ਅਤੇ ਸੰਦੇਸ਼ ਜਾਂ ਈਮੇਲ ਕੋਈ ਪੜ੍ਹ ਨਾ ਲਵੇ ਡੰਡੀ। ਡਾਟਾ ਕੋਈ ਚੁਰਾ ਨਾ ਲਵੇ ਡੰਡੀ। ਮਾਹਿਰ ਮੰਨਦੇ ਹਨ ਕਿ ਇੰਟਰਨੈੱਟ ਮੀਡੀਆ ਦੀਆਂ ਸਰਗਰਮੀਆਂ ਨਿੱਜੀ ਨਹੀਂ ਰਹਿ ਸਕਦੀਆਂ ਡੰਡੀ। ਵਟਸਐਪ, ਫੇਸਬੁੱਕ, ਟਵਿੱਟਰ ਕਰਮਚਾਰੀਆਂ ਦੀ ਉਹਨਾਂ 'ਤੇ ਨਜ਼ਰ ਰਹਿੰਦੀ ਹੈ ਡੰਡੀ। ਇਸੇ ਲਈ ਬੀਤੇ ਦਿਨੀਂ ਬਹਿਸ ਦੌਰਾਨ ਸੁਪਰੀਮ ਕੋਰਟ ਨੇ ਵਟਸਐਪ ਨੂੰ ਕਿਹਾ, ਤੁਸੀਂ ਲੋਕਾਂ ਦੇ ਮੈਸੇਜ ਨਹੀਂ ਪੜ੍ਹਦੇ, ਇਹ ਲਿਖਤੀ ਰੂਪ ਵਿੱਚ ਦਿਓ ਡੰਡੀ। ਆਉਂਦੇ ਦਿਨਾਂ ਦੌਰਾਨ ਇਸ ਸਬੰਧ ਵਿੱਚ ਆਉਣ ਵਾਲਾ ਫੈਸਲਾ ਦਿਲਚਸਪੀ ਭਰਿਆ ਹੋਵੇਗਾ ਡੰਡੀ। ਸੁਪਰੀਮ ਕੋਰਟ ਨੇ ਵਟਸਐਪ ਅਤੇ ਸਰਕਾਰ ਨੂੰ ਜਵਾਬ ਦੇਣ ਲਈ 28 ਦਿਨ ਦਾ ਸਮਾਂ ਦਿੱਤਾ ਹੈ ਡੰਡੀ। ਭਾਰਤ ਸਰਕਾਰ ਸੋਸ਼ਲ ਮੀਡੀਆ 'ਤੇ ਬਹੁਤ ਜਲਦੀ ਸਖਤੀ ਕਰਨ ਜਾ ਰਹੀ ਹੈ ਡੰਡੀ। ਉੱਧਰ ਆਸਟ੍ਰੇਲੀਆ ਸਰਕਾਰ ਅਤੇ ਫੇਸਬੁੱਕ ਵਿਚਾਲੇ ਨਿਊਜ਼ ਕੰਟੈਂਟ ਦੀ ਸੰਬੰਧਿਤ ਅਖਬਾਰੀ ਅਦਾਰਿਆਂ ਨੂੰ ਅਦਾਇਗੀ ਦੇ ਮੁੱਦੇ 'ਤੇ ਟਕਰਾਅ ਚਰਮ ਸੀਮਾ 'ਤੇ ਪਹੁੰਚ ਗਿਆ ਹੈ ਡੰਡੀ। ਅਸਥਾਨਾਂ ਨੂੰ ਬਾਅਦ ਵਿੱਚ CBF ਅਤੇ ਨਾਰਕੋਟਿਕਸ ਕੰਟਰੋਲ ਬਿਊਰੋ ਵਿੱਚ ਜ਼ਿੰਮੇਵਾਰੀ ਦਿੱਤੀ ਗਈ ਸੀ ਡੰਡੀ। ਅਲੋਕ ਵਰਮਾ ਦੇ ਸਮੇਂ ਉਹਨਾਂ ਖਿਲਾਫ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਹੋਇਆ ਸੀ ਡੰਡੀ। ਖਬਰ ਹੈ ਕਿ ਹੁਣ CBI ਨੇ ਉਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ ਹੈ ਡੰਡੀ। ਅਜਿਹਾ ਵੀ ਲੱਗ ਰਿਹਾ ਹੈ ਕਿ ਸਰਕਾਰ ਨੇ CBI ਡਾਇਰੈਕਟਰ ਦਾ ਅਹੁਦਾ ਉਹਨਾਂ ਲਈ ਹੀ ਖਾਲੀ ਰੱਖਿਆ ਹੈ ਡੰਡੀ। CBI ਦੇ ਨਿਰਦੇਸ਼ਕ ਰਿਸ਼ੀ ਕੁਮਾਰ 3 ਫਰਵਰੀ ਨੂੰ ਸੇਵਾ ਮੁਕਤ ਹੋਏ ਸਨ ਡੰਡੀ। ਸਰਕਾਰ ਨੇ ਉਹਨਾਂ ਦੀ ਥਾਂ 'ਤੇ ਇੱਕ ਹੋਰ IPS ਪ੍ਰਵੀਨ ਸਿਨਹਾ ਨੂੰ ਕਾਰਜਕਾਰੀ ਮੁਖੀ ਬਣਾ ਦਿੱਤਾ ਹੈ ਡੰਡੀ। ਉਸ ਸਮੇਂ ਤੱਕ ਅਸਥਾਨਾਂ ਨੂੰ ਕਲੀਨ ਚਿੱਟ ਨਹੀਂ ਮਿਲੀ ਸੀ ਅਤੇ ਪੂਰਨ ਤਤਕਾਲੀ ਨਿਰਦੇਸ਼ਕ ਦੀ ਨਿਯੁਕਤੀ ਲਈ ਇੱਕ ਪ੍ਰਕਿਰਿਆ ਵੀ ਪੂਰੀ ਕਰਨੀ ਪੈਂਦੀ ਹੈ। ਲੱਗ ਰਿਹਾ ਹੈ ਕਿ ਸਰਕਾਰ ਨੇ ਤਤਕਾਲੀ ਤੌਰ 'ਤੇ ਪ੍ਰਵੀਨ ਸਿਨਹਾ ਨੂੰ ਨਿਯੁਕਤ ਕਰ ਦਿੱਤਾ ਅਤੇ ਹੁਣ ਸੰਬੰਧਿਤ ਪ੍ਰਕਿਰਿਆ ਸ਼ੁਰੂ ਕਰਕੇ ਅਸਥਾਨਾਂ ਨੂੰ CBI ਦਾ ਨਿਰਦੇਸ਼ਕ ਨਿਯੁਕਤ ਕੀਤਾ ਜਾਵੇਗਾ ਡੰਡੀ। ਅਜਿਹਾ ਲੱਗ ਰਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਨੌਕਰਸ਼ਾਹਾਂ ਤੋਂ ਬਹੁਤ ਨਾਰਾਜ਼ ਹਨ ਡੰਡੀ। ਉਹਨਾਂ ਨੇ ਸੰਸਦ ਵਿੱਚ ਨੌਕਰਸ਼ਾਹਾਂ ਦੇ ਕੰਮ ਦੀਆਂ ਹੱਦਾਂ ਦੱਸੀਆਂ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਮਾਹਿਰਾਂ ਨੂੰ ਹੀ ਕਾਰੋਬਾਰ ਕਰਨਾ ਚਾਹੀਦਾ ਹੈ ਡੰਡੀ। ਹਾਲਾਂਕਿ ਪੜ੍ਹੇ ਲਿਖੇ ਅਤੇ ਮਾਹਿਰਾਂ ਪ੍ਰਤੀ ਵੀ ਉਹਨਾਂ ਦੇ ਮਨ ਵਿੱਚ ਕੋਈ ਚੰਗਾ ਅਕਸ ਨਹੀਂ ਹੈ ਡੰਡੀ। ਫਿਰ ਵੀ ਉਹਨਾਂ ਨੇ ਨੌਕਰਸ਼ਾਹਾਂ ਦੇ
ਮੁਕਾਬਲੇ ਨਿੱਜੀ ਸੈਕਟਰ ਦੇ ਮਾਹਿਰਾਂ ਨੂੰ ਕਾਰੋਬਾਰ ਚਲਾਉਣ ਦੇ ਜ਼ਿਆਦਾ ਕਾਬਲ ਮੰਨਿਆ ਹੈ। ਡੰਡੀ। ਇਹ ਵੀ ਖਬਰ ਆ ਰਹੀ ਹੈ ਕਿ ਸਰਕਾਰੀ ਕੰਪਨੀਆਂ ਦੇ ਨਿੱਜੀਕਰਨ ਬਾਰੇ ਫੈਸਲਾ ਹੁਣ ਮਾਹਿਰਾਂ ਦੀ ਕਮੇਟੀ ਕਰੇਗੀ। ਡੰਡੀ। ਸੂਤਰਾਂ ਅਨੁਸਾਰ ਸਰਕਾਰੀ ਬਾਬੂਆਂ ਦੀ ਬਜਾਏ ਕੇਂਦਰ ਸਰਕਾਰ ਨਿੱਜੀ ਸੈਕਟਰ ਦੇ ਮਾਹਿਰਾਂ ਦੀ ਕਮੇਟੀ ਬਣਾਉਣ ਜਾ ਰਹੀ ਹੈ। ਡੰਡੀ। ਕਈ ਲੋਕ ਇਸ ਦੀ ਤੁਲਨਾ ਦੁੱਧ ਦੀ ਰਖਵਾਲੀ ਬਿੱਲੀ ਬਿਠਾਉਣ ਨਾਲ ਕਰ ਰਹੇ ਹਨ। ਡੰਡੀ। ਧਿਆਨ ਰਹੇ ਕਿ ਨੀਤੀ ਆਯੋਗ ਨੇ ਪਹਿਲਾਂ ਹੀ ਸਰਕਾਰ ਨੂੰ ਕਰੀਬ 2 ਦਰਜਨ ਕੰਪਨੀਆਂ ਦੀ ਸੂਚੀ ਦਿੱਤੀ ਹੈ ਜਿਨ੍ਹਾਂ ਨੂੰ ਵੇਚਣਾ ਹੈ। ਡੰਡੀ। ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਬ ਦੇਵ ਨੇ ਅਮਿਤ ਸ਼ਾਹ ਨੂੰ ਮਹਾਨ ਦੱਸਦਿਆਂ ਸ਼੍ਰੀਲੰਕਾ ਅਤੇ ਨੇਪਾਲ ਵਿੱਚ ਸਰਕਾਰ ਬਣਾਉਣ ਦੀ ਜੋ ਗੱਲ ਕਹੀ ਹੈ ਉਸ ਨਾਲ ਹੋ ਸਕਦਾ ਹੈ ਕਿ ਉਹਨਾਂ ਨੂੰ ਕੁਝ ਫਾਇਦਾ ਹੋ ਜਾਵੇ। ਡੰਡੀ। ਕਿਉਂਕਿ ਅੱਜ ਕੱਲ੍ਹ ਜੋ ਜਿੰਨੀ ਬੇਤੁਕੀ ਤਾਰੀਫ ਕਰਦਾ ਹੈ ਉਸ ਨੂੰ ਓਨਾ ਹੀ ਫਾਇਦਾ ਪਹੁੰਚਾਇਆ ਜਾਂਦਾ ਹੈ। ਪਰ ਆਪਣੇ ਰਾਜਸੀ ਫਾਇਦੇ ਲਈ ਬਿਪਲਬ ਦੇਵ ਨੇ ਦੇਸ਼ ਦਾ ਬੜਾ ਵੱਡਾ ਨੁਕਸਾਨ ਕੀਤਾ ਹੈ। ਡੰਡੀ। ਸੋਚਣ ਵਾਲੀ ਗੱਲ ਹੈ ਕਿ ਉਕਤ ਦੋਵਾਂ ਦੇਸ਼ਾਂ ਵਿੱਚ ਉਹਨਾਂ ਦੇ ਬਿਆਨ ਸੰਬੰਧੀ ਕੀ ਸੋਚਿਆ ਜਾ ਰਿਹਾ ਹੋਵੇਗਾ। ਹੋ ਸਕਦਾ ਹੈ ਕਿ ਅਮਿਤ ਸ਼ਾਹ ਨੇ ਮਜ਼ਾਕ ਵਿੱਚ ਬਿਪਲਬ ਨੂੰ ਇਹ ਗੱਲ ਕਹਿ ਦਿੱਤੀ ਹੋਵੇ ਪਰ ਉਹਨਾਂ ਨੇ ਬਿਆਨ ਦੇ ਕੇ ਇਸ ਨੂੰ ਵੱਡੇ ਵਿਵਾਦ ਦਾ ਮੁੱਦਾ ਬਣਾ ਦਿੱਤਾ। ਡੰਡੀ। ਉਹਨਾਂ ਦਾ ਬਿਆਨ 2 ਗਵਾਂਢੀ ਖੁਦ ਮੁਖਤਿਆਰ ਰਾਸ਼ਟਰਾਂ ਦੀ ਭਾਵਨਾ ਨੂੰ ਠੇਸ ਪਹੁੰਚਾਉਣ ਵਾਲਾ ਹੈ। ਉਹ ਵੀ ਅਜਿਹੇ ਦੇਸ਼ ਜੋ ਕੁਝ ਕਾਰਨਾਂ ਕਰਕੇ ਭਾਰਤ ਤੋਂ ਦੂਰੀ ਬਣਾ ਰਹੇ ਹਨ ਅਤੇ ਉਹਨਾਂ ਦੇਸ਼ਾਂ ਵਿੱਚ ਚੀਨ ਦਾ ਪ੍ਰਭਾਵ ਵੱਧ ਰਿਹਾ ਹੈ। ਡੰਡੀ। ਇਸ ਤੋਂ ਪਹਿਲਾਂ ਕੇਂਦਰੀ ਮੰਤਰੀ VK ਸਿੰਘ ਨੇ ਵੀ ਚੀਨੀ ਸਰਹੱਦ ਅੰਦਰ ਭਾਰਤ ਦੀ ਘੁਸਪੈਠ ਦੀ ਗੱਲ ਕਰਕੇ ਭਾਰਤ ਦਾ ਨੁਕਸਾਨ ਕਰਵਾਇਆ ਸੀ। ਡੰਡੀ।